हाँ जी 11वीं जमात वाਲਿओ ਤਾਂ ਤੁਹਾਡਾ ਜਨਰਲ ਇੰਗਲਿਸ਼ ਦਾ ਪੇਪਰ ਆ 4 ਮਾਰਚ ਨੂੰ। ਤਾਂ ਦੇਖੋ ਇਸ ਵੀਡੀਓ ਦੇ ਵਿੱਚ ਫੁੱਲ ਸੋਲੂਸ਼ਨ ਲੈ ਕੇ ਆ ਚੁੱਕੇ ਆ ਐਨੂਅਲ ਐਗਜ਼ਾਮ ਮਾਰਚ 2024 ਦਾ। ਤਾਂ ਪੂਰੀ ਤਿਆਰੀ ਕਰਾ ਦਿੰਦੇ ਆ ਤੁਹਾਡੀ। ਤਾਂ ਦੇਖ ਲਓ ਇਹ ਤੁਹਾਡਾ ਜਿਹੜਾ ਹੈਗਾ 80 ਨੰਬਰ ਦਾ ਫਾਈਨਲ ਪੇਪਰ ਹੋਣਾ ਵਾ। 3 ਘੰਟੇ ਦਾ ਸਮਾਂ ਮਿਲੇਗਾ। ਸੈਕਸ਼ਨ ਏ ਦੇਖ ਲੈਂਦੇ ਆ। ਸਭ ਤੋਂ ਪਹਿਲਾਂ ਰੀਡਿੰਗ ਕੰਪਰੀਹੈਂਸ਼ਨ ਜਿਹੜੀ ਕਿ ਤੁਹਾਨੂੰ 16 ਮਾਰਕਸ ਦੀ ਹੋਣੀ ਆ। ਤਾਂ ਇਹਦੇ ਅੰਦਰ 10 ਮਾਰਕਸ ਦੀ ਤੁਹਾਨੂੰ ਪੈਸੇਜ ਆਏਗੀ। ਤਾਂ ਪਹਿਲਾਂ ਕੀ ਹੈ ਇਹ ਪੈਰਾ ਪੜ੍ਹਨਾ ਵਾ, ਜਿਵੇਂ ਕਿ ਦੇਅਰ ਆਰ ਇਨ ਆਵਰ ਕੰਟਰੀ as in other country of the world thousands of different abled persons such as those who are blind or deaf and dumb। ਮਤਲਬ ਕਿ ਸਾਡੇ ਦੇਸ਼ ਵਿੱਚ ਜਿਹੜਾ ਹੈਗਾ ਵਾ ਦੁਨੀਆ ਦੇ ਦੂਜੇ ਦੇਸ਼ਾਂ ਵਾਂਗ ਹਜ਼ਾਰਾਂ ਵੱਖ-ਵੱਖ ਤੌਰ 'ਤੇ ਯੋਗ ਵਿਅਕਤੀ ਹਨ ਜਿਹੜੇ ਕਿ ਦੋਸਤੋ ਡਿਫਰੈਂਟੇਬਲ ਹੈਗੇ ਆ ਜਿਹੜੇ, ਠੀਕ ਹੈ। ਜਿਵੇਂ ਕਿ ਦੋਸਤੋ ਕਿਹੜੇ ਨੇ, ਅੰਨੇ ਹੋ ਗਏ, ਠੀਕ ਹੈ ਜੀ, ਬੋਲੇ ਹੋ ਗਏ, ਗੂੰਗੇ ਹੋ ਗਏ, ਠੀਕ ਹੈ ਜੀ। ਤਾਂ ਕੀ ਹੈ ਦੋਸਤੋ ਇਹ ਕੁਝ ਮਾਮਲਿਆਂ ਵਿੱਚ, ਠੀਕ ਹੈ ਜੀ, ਇਨ ਸਮ ਕੇਸਿਸ ਜਿਹੜਾ ਹੈਗਾ ਵਾ ਦਿਸ ਪਰਸਨ ਮੇ ਬੀ ਹੈਵ ਬੀਨ ਬੋਰਨ ਬਲਾਈਂਡ ਔਰ ਡਿਫ ਵਾਈਲ ਇਨ ਅਦਰਸ ਦੇ ਮੇ ਹੈਵ ਗੋਨ ਜਿਹੜਾ ਹੈਗਾ ਵਾ ਬਲਾਈਂਡ ਔਰ ਡਿਫ ਐਜ਼ ਰਿਜ਼ਲਟ ਆਫ ਸਮ ਇਲਨੈਸ ਔਰ ਐਕਸੀਡੈਂਟ। ਬਈ ਕੀ ਹੈ ਕਿ ਕੁਝ ਮਾਮਲਿਆਂ ਵਿੱਚ ਇਹ ਵਿਅਕਤੀ ਰੱਬ ਦੀ ਮਰਜ਼ੀ ਨਾਲ ਪੈਦਾ ਹੋਏ ਅੰਨੇ ਜਾਂ ਫਿਰ ਬੋਲੇ ਹੁੰਦੇ ਹਨ, ਜਦੋਂ ਕਿ ਦੂਜਿਆਂ ਵਿੱਚ ਉਹ ਕਿਸੇ ਬਿਮਾਰੀ ਜਾਂ ਫਿਰ ਦੁਰਘਟਨਾਵਾਂ ਦੇ ਨਤੀਜੇ ਵਜੋਂ ਅੰਨੇ ਜਾਂ ਫਿਰ ਬੋਲੇ ਹੋ ਗਏ ਹੁੰਦੇ ਹਨ। ਤਾਂ ਇਹਦੇ ਵਿੱਚ ਆਲ ਓਵਰ ਦੋਸਤੋ ਮੈਂ ਤੁਹਾਨੂੰ ਮੋਟਾ ਮੋਟੀ ਦੱਸ ਦੇਣਾ। ਇਹਦੇ ਵਿੱਚ ਆਹੀ ਲਿਖਿਆ ਹੋਇਆ ਵਾ ਕਿ ਬਈ ਜਿਹੜਾ ਹੈਗਾ ਵਾ ਦੂਜਿਆਂ ਵਿੱਚ ਉਹ ਕਿਸੇ ਜਿਹੜਾ ਹੈਗਾ ਦੁਰਘਟਨਾ ਦੇ ਰਾਹੀਂ ਅੰਨੇ ਹੋ ਜਾਂਦੇ ਹਨ, ਠੀਕ ਹੈ ਜੀ। ਅਜਿਹੇ ਪੰਜ ਵਿਅਕਤੀਆਂ ਬਾਰੇ ਦੋਸਤੋ ਇਹ ਕਹਿੰਦੇ ਸੁਣਦੇ ਹੋਣਗੇ ਕਿ ਤੁਸੀਂ ਕਿਸਮਤਾਂ ਦਾ ਇਹ ਕੰਮ ਹੈ। ਇਹ ਹੋ ਸਕਦਾ ਹੈ ਕਿ ਕੱਲ੍ਹ ਤਾਂ ਇਹ ਵੀ ਕਹਿੰਦੇ ਹਨ ਕਿ ਉਹ ਪਿਛਲੇ ਸਮੇਂ ਵਿੱਚ ਆਪਣੇ ਕਿੱਤੇ ਦਾ ਫਲ ਭੋਗਦੇ ਹਨ, ਜਿਹੜੇ ਡਿਫਰੈਂਟੇਬਲ ਸਟੂਡੈਂਟ ਹੁੰਦੇ ਆ, ਮਤਲਬ ਜਿਹੜੇ ਬੱਚੇ ਹੁੰਦੇ ਆ, ਠੀਕ ਹੈ। ਇੱਥੋਂ ਤੱਕ ਕਿ ਜਿਹੜੇ ਹੈਗੇ ਵੱਖਰੇ ਤੌਰ 'ਤੇ ਅਪਾਹਜ ਬੱਚਿਆਂ ਦੇ ਮਾਪਿਆਂ ਸਰਕਾਰ ਅਜਿਹੀਆਂ ਭਾਵਨਾਵਾਂ ਦੇ ਵਿਚਾਰ ਪ੍ਰਗਟ ਕਰਦੇ ਹਨ ਤਾਂ ਉਹ ਸ਼ਾਇਦ ਹੀ ਕਦੇ ਜਿਹੜੇ ਹੈਗੇ ਆ ਵੱਖੋ ਵੱਖਰੇ ਲੋਕਾਂ ਦੀਆਂ ਸਮੱਸਿਆਵਾਂ ਵੀ ਉਹਨਾਂ ਦੇ ਦੁੱਖਾਂ ਦਾ ਕਾਰਨ ਜਿਹੜਾ ਹੈਗਾ ਵਾ ਸਮੱਸਿਆ ਵੀ ਉਹਨਾਂ ਦੇ ਦੁੱਖ ਦਾ ਕਾਰਨ ਜਿਹੜਾ ਹੈਗਾ ਵਾ ਹੋ ਸਕਦਾ ਹੈ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਦੋਸਤੋ ਲਿਖਿਆ ਹੋਇਆ ਇਹਨਾਂ ਨੇ ਕਿ ਵੀ ਹੈਵ ਗੋਟ ਟੂ ਟ੍ਰੀਟ, ਯਾਨੀ ਕਿ ਜਿਹੜਾ ਹੈਗਾ ਸਾਨੂੰ ਵੱਖਰੇ ਤੌਰ 'ਤੇ ਜਿਹੜਾ ਹੈਗਾ ਅਪਾਹਜ ਲੋਕਾਂ ਨਾਲ ਹਮਦਰਦੀ ਜਿਹੜੀ ਹੈਗੀ ਹੈ ਦੋਸਤੋ ਕੀ ਹੈ ਅਤੇ ਸਮਝਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਕਈ ਮੌਕਿਆਂ 'ਤੇ ਸਰੀਰਕ ਤੌਰ 'ਤੇ ਅਪਾਹਜ ਬੱਚੇ ਅਣਗਹਿਲੀ ਦਾ ਸ਼ਿਕਾਰ ਹੋ ਜਾਂਦੇ ਹਨ, ਠੀਕ ਹੈ ਜੀ। ਅਤੇ ਇਹਦੇ ਵਿੱਚ ਆਲ ਓਵਰ ਦੋਸਤੋ ਮੈਂ ਬਸ ਇਹੀ ਤੁਹਾਨੂੰ ਦੱਸੂੰਗਾ ਕਿ ਉਹਨਾਂ ਨੂੰ ਸਾਰਥਕ ਜੀਵਨ ਵਿੱਚ ਜਿਹੜਾ ਹੈਗਾ ਵਾ ਜੀਵਨ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ। ਸਾਨੂੰ ਉਹਨਾਂ ਲਈ ਬਣਾਏ ਗਏ ਸਕੂਲਾਂ ਵਿੱਚ ਉਹਨਾਂ ਲਈ ਜਿਹੜਾ ਹੈਗਾ ਸਿੱਖਿਆ ਦੇ ਲਾਭ ਅਤੇ ਸੁਰੱਖਿਅਤ ਕਰਨੇ ਚਾਹੀਦੇ ਹਨ, ਠੀਕ ਹੈ। ਉਹਨਾਂ ਲਈ ਜਿਹੜਾ ਹੈਗਾ ਯੋਗ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਆਤਮ ਨਿਰਭਰ ਬਣਾਉਣਾ ਚਾਹੀਦਾ ਹੈ ਉਹਨਾਂ ਨੂੰ। ਫਿਰ ਵੀ ਜਿਹੜੀ ਹੈਗੀ ਆ ਭਾਵਨਾ ਹੋਵੇਗੀ, ਠੀਕ ਹੈ ਜੀ। ਤਾਂ ਸਾਨੂੰ ਵੱਖਰੇ ਤੌਰ 'ਤੇ ਅਪਾਹਜ ਬੱਚਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ, ਇਹ ਆਪਣਾ ਪਹਿਲਾ ਪ੍ਰਸ਼ਨ ਆ। ਤਾਂ ਦੇਖੋ ਕੀ ਆਪਣਾ ਇਸ ਦਾ ਆਨਸਰ ਬਈ ਹਾਊ ਸ਼ੁੱਡ ਵੀ ਟਰੀਟ ਦ ਡਿਫਰੈਂਟ ਏਬਲ ਚਿਲਡਰਨ। ਤਾਂ ਇਹਦਾ ਆਨਸਰ ਆ ਜਾਏਗਾ ਆਪਣਾ ਪਹਿਲਾ ਵਿਦ ਸਿੰਪੈਥੀ ਐਂਡ ਅੰਡਰਸਟੈਂਡਿੰਗ, ਜਿਹੜਾ ਹੈਗਾ ਵਾ ਹਮਦਰਦੀ ਅਤੇ ਸਮਝ ਨਾਲ। ਉਸ ਤੋਂ ਬਾਅਦ ਹੈ ਆਪਣਾ ਅਕੋਰਡਿੰਗ ਟੂ ਦਾ ਆਊਥਰ ਵਟ ਇਜ਼ ਆਵਰ ਫਸਟ ਡਿਊਟੀ ਟੂਵਰਡਸ ਡਿਫਰੈਂਟ ਏਬਲਡ ਚਿਲਡਰਨ, ਜਿਹੜਾ ਹੈਗਾ ਵਾ ਲੇਖਕ ਅਨੁਸਾਰ ਸਾਡਾ ਪਹਿਲਾ ਫਰਜ਼ ਜਿਹੜਾ ਹੈਗਾ ਵਾ ਕਿਸ ਪ੍ਰਤੀ ਹੈ। ਤਾਂ ਦੋਸਤੋ ਇਸ ਦਾ ਆਨਸਰ ਹੈ ਟੂ ਮੇਕ ਦੈਮ ਹੈਪੀਅਰ ਐਂਡ ਲੈਸ ਲੋਨਲੀ, ਯਾਨੀ ਕਿ ਜਿਹੜਾ ਹੈਗਾ ਉਹਨਾਂ ਨੂੰ ਖੁਸ਼ਹਾਲ ਅਤੇ ਘੱਟ ਇਕੱਲੇ ਬਣਾਉਣ ਲਈ, ਠੀਕ ਹੈ ਜੀ। ਲੇਖਕ ਅਨੁਸਾਰ ਜਿਹੜਾ ਹੈਗਾ ਸਾਡਾ ਪਹਿਲਾ ਫਰਜ਼ ਕਿਸ ਪ੍ਰਤੀ ਹੈ। ਤਾਂ ਇਹਦਾ ਆਨਸਰ ਜਿਹੜਾ ਹੈਗਾ ਇਹ ਆ ਜਾਏਗਾ ਕਿਸ ਪ੍ਰਤੀ, ਮਤਲਬ ਜਿਹੜਾ ਹੈਗਾ ਵਾ ਵੱਖਰੇ ਤੌਰ 'ਤੇ ਜਿਹੜੇ ਸਮਰਥ ਨੇ ਡਿਫਰੈਂਟ ਏਬਲਡ ਚਿਲਡਰਨ ਨੇ ਉਹਨਾਂ ਪ੍ਰਤੀ ਜਿਹੜਾ ਹੈਗਾ ਦੋਸਤੋ ਸਾਡਾ ਪਹਿਲ ਕੀ ਹੋਣੀ ਚਾਹੀਦੀ ਹੈ, ਪਹਿਲਾ ਫਰਜ਼ ਇਹੀ ਆ। ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਹੈ ਆਪਣਾ ਫਿਜ਼ੀਕਲੀ ਚੈਲੰਜਡ ਚਿਲਡਰਨ ਸਫਰ ਫਰੋਮ, ਯਾਨੀ ਕਿ ਸਰੀਰਕ ਤੌਰ 'ਤੇ ਅਪਾਹਜ ਬੱਚੇ ਪੀੜਤ ਹੁੰਦੇ ਹਨ। ਤਾਂ ਇਸ ਦਾ ਆਨਸਰ ਆ ਜਾਏਗਾ ਨੈਗਲੈਕਟ, ਯਾਨੀ ਕਿ ਅਣਗਹਿਲੀ ਕਾਰਨ। ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ ਹਾਊ ਟੂ ਮੇਕ ਦਿਸ ਚਿਲਡਰਨ ਸੈਲਫ ਰਿਲਾਇਲੈਂਟ, ਠੀਕ ਹੈ ਜੀ, ਯਾਨੀ ਕਿ ਇਹਨਾਂ ਬੱਚਿਆਂ ਨੂੰ ਆਤਮ ਨਿਰਭਰ ਕਿਵੇਂ ਬਣਾਇਆ ਜਾਵੇ। ਤਾਂ ਇਸ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਆ ਜਾਏਗਾ ਆਪਣਾ ਕੀ ਲਿਖਿਆ ਹੈ ਦੋਸਤੋ ਆਪਣਾ, ਹਾਂਜੀ, ਬਾਈ ਕ੍ਰੀਏਟਿੰਗ ਸੁਟੇਬਲ ਓਪਰਚੁਨਿਟੀਜ਼, ਠੀਕ ਹੈ ਜੀ। ਤਾਂ ਦੇਖੋ ਇਸ ਪ੍ਰਸ਼ਨ ਦਾ ਆਨਸਰ ਕੀ ਆ ਜਾਏਗਾ, ਠੀਕ ਹੈ ਜੀ। ਤਾਂ ਇਸ ਨੂੰ ਜਿਹੜਾ ਹੈਗਾ ਤੁਸੀਂ ਆਹ ਟਿਕ ਲਾ ਲੈਣਾ ਵਾ ਬਾਈ ਕ੍ਰੀਏਟਿੰਗ ਸੁਟੇਬਲ ਓਪਰਚੁਨਿਟੀਜ਼, ਯਾਨੀ ਕਿ ਜਿਹੜਾ ਹੈਗਾ ਵਾ ਤੁਹਾਡਾ ਜਿਹੜੇ ਹੈਗੇ ਦੋਸਤੋ ਆਪਣੇ ਹੁੰਦੇ ਨੇ ਜਿਵੇਂ ਕਿ ਮੌਕੇ ਪ੍ਰਦਾਨ ਕਰਨਾ, ਓਪਰਚੁਨਿਟੀ ਆਹ ਆ ਗਈ, ਇਹ ਕਰ ਲਓ, ਠੀਕ ਹੈ ਜੀ, ਉਸ ਤਰ੍ਹਾਂ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਪੰਜਵਾਂ ਹਾਊ ਡੂ ਸਮ ਪਰਸਨ ਬਿਕਮ ਹੈਂਡੀਕੈਪਡ, ਜਿਹੜੇ ਹੈਗੇ ਆ ਕੁਝ ਵਿਅਕਤੀ ਅਪਾਹਜ ਕਿਵੇਂ ਹੋ ਜਾਂਦੇ ਹਨ। ਤਾਂ ਇਸ ਪ੍ਰਸ਼ਨ ਦਾ ਆਨਸਰ ਹੈ ਡਿਊ ਟੂ ਇਲਨੈਸ ਔਰ ਐਕਸੀਡੈਂਟ, ਜਿਹੜਾ ਹੈਗਾ ਵਾ ਕੀ ਆਪਣਾ ਬਿਮਾਰੀ ਜਾਂ ਫਿਰ ਦੁਰਘਟਨਾ ਕਾਰਨ। ਛੇਵਾਂ ਪ੍ਰਸ਼ਨ ਦਾ ਲਾਈਫ ਆਫ ਹੈਂਡੀਕੈਪਡ ਚਿਲਡਰਨ ਬਿਕਮ ਸੈਡ ਐਂਡ ਲੋਨਲੀ, ਯਾਨੀ ਕਿ ਜਿਹੜੇ ਅੰਗਹੀਣ ਬੱਚਿਆਂ ਦੀ ਜ਼ਿੰਦਗੀ ਉਦਾਸ ਅਤੇ ਇਕੱਲੀ ਹੋ ਜਾਂਦੀ ਹੈ। ਕਿਉਂਕਿ ਦੋਸਤੋ ਇਸ ਦਾ ਆਨਸਰ ਜਿਹੜਾ ਹੈਗਾ ਵਾ ਬਿਕੋਜ਼ ਦੇ ਸਫਰ ਫਰੋਮ ਨੈਗਲੈਕਟ, ਯਾਨੀ ਕਿ ਕਿਉਂਕਿ ਉਹ ਅਣਗਹਿਲੀ ਦਾ ਸ਼ਿਕਾਰ ਜਿਹੜੇ ਹੈਗੇ ਹਨ। ਅਗਲਾ ਆਪਣਾ ਪ੍ਰਸ਼ਨ ਹੈ ਇੱਥੇ, ਹਾਂਜੀ ਆਪਾਂ ਇਹ ਕਰ ਲਿਆ ਸੀਗਾ। ਹੁਣ ਹੈ ਫਿਲਿੰਗ ਦਾ ਬਲੈਂਕ ਵਿਦ ਸੁਟੇਬਲ ਵਰਡ ਫਰੋਮ ਦਾ ਪੈਸੇਜ, ਯਾਨੀ ਕਿ ਜਿਹੜਾ ਹੈਗਾ ਵਾ ਦੋਸਤੋ ਢੁਕਵੇਂ ਸ਼ਬਦ ਨਾਲ ਇਸ ਨੂੰ ਭਰੋ। ਤਾਂ ਦੇਖੋ ਵੀ ਮਸਟ ਡੈਸ਼ ਦਿਸ ਚਿਲਡਰਨ ਵਿਦ ਲਵ ਐਂਡ ਸਿੰਪੈਥੀ, ਠੀਕ ਹੈ ਜੀ। ਤਾਂ ਇਸ ਪ੍ਰਸ਼ਨ ਦਾ ਆਨਸਰ ਕੀ ਹੋਏਗਾ, ਇਹਦੇ ਵਿੱਚ ਆਹੀ ਪੁੱਛਿਆ ਹੋਇਆ ਵਾ ਜਿਹੜਾ ਹੈਗਾ ਵਿਦ ਵੀ ਮਸਟ ਡੈਸ਼ ਦਿਸ ਚਿਲਡਰਨ ਵਿਦ ਲਵ ਐਂਡ ਸਿੰਪੈਥੀ, ਠੀਕ ਹੈ ਜੀ।
ਤਾਂ ਬਈ ਜਿਹੜਾ ਹੈਗਾ ਵਾ ਸਾਨੂੰ ਜਿਹੜਾ ਹੈਗਾ ਜ਼ਰੂਰ ਡੈਸ਼ ਬੱਚਿਆਂ ਨੂੰ ਪਿਆਰ ਅਤੇ ਹਮਦਰਦੀ ਨਾਲ ਜਿਹੜਾ ਹੈਗਾ ਵਾ ਕਰਨਾ ਚਾਹੀਦਾ ਹੈ। ਤਾਂ ਕੀ ਹੋ ਜਾਏਗਾ ਇਸ ਪ੍ਰਸ਼ਨ ਦਾ ਆਂਸਰ? 7ਵੇਂ ਪ੍ਰਸ਼ਨ ਦਾ ਆਂਸਰ ਜਿਹੜਾ ਹੈਗਾ ਵਾ ਹੋ ਜਾਏਗਾ ਆਪਣਾ ਟਰੀਟ। ਠੀਕ ਹੈ ਜੀ, ਯਾਨੀ ਕਿ ਟਰੀਟ ਦੋਸਤੋ ਜਿਹੜਾ ਹੈਗਾ ਇੱਥੇ ਆ ਜਾਏਗਾ ਤੁਹਾਡਾ ਵੀ ਮਸਟ ਟਰੀਟ ਦਿਸ ਚਿਲਡਰਨ ਵਿਦ ਲਵ ਐਂਡ ਸਿੰਪੈਥੀ। ਠੀਕ ਹੈ ਜੀ, ਸਾਨੂੰ ਇਹ ਜਿਹੜੇ ਹੈਗੇ ਆ ਬੱਚਿਆਂ ਨੂੰ ਜਿਹੜਾ ਹੈਗਾ ਵਾ ਕੀ ਹੈ ਇਸ ਤਰ੍ਹਾਂ ਦਾ ਟਰੀਟ ਕਰਨਾ ਚਾਹੀਦਾ। ਕਿਸ ਤਰ੍ਹਾਂ ਟਰੀਟ ਕਰਨਾ ਚਾਹੀਦਾ ਹੈ? ਵਿਦ ਲਵ ਐਂਡ ਸਿੰਪੈਥੀ। ਠੀਕ ਹੈ ਜੀ, ਯਾਨੀ ਕਿ ਜਿਹੜਾ ਹੈਗਾ ਵਾ ਪਿਆਰ ਅਤੇ ਹਮਦਰਦੀ ਨਾਲ। ਫਿਲਿੰਗ ਦਾ ਬਲੈਂਕ ਵਿਦ ਸੁਟੇਬਲ ਡਿਟਰਮੀਨਰ। ਇਹ ਹੁਣ ਫਿਰ ਦੁਬਾਰਾ ਵਾ ਤਾਂ ਦੇਖੋ ਕੀ ਆਪਣਾ ਇੱਥੇ ਡੈਸ਼ ਚਿਲਡਰਨ ਸਫਰ ਫਰੋਮ ਫਿਜ਼ੀਕਲ ਚੈਲੰਜਸ। ਤਾਂ ਦੂਸਰੇ ਪ੍ਰਸ਼ਨ ਦਾ ਜਿਹੜਾ ਹੈਗਾ ਆਂਸਰ ਕੀ ਆ ਜਾਏਗਾ? ਇੱਥੇ ਆ ਜਾਏਗਾ ਦੋਸਤੋ ਸਮ ਲਿਖਿਆ ਹੈ, ਬਟ ਇੱਥੇ ਸਮ ਨਹੀਂ ਆਊਗਾ ਦੋਸਤੋ, ਮੈਨੂੰ ਲੱਗਦਾ ਇੱਥੇ ਕੁਛ ਹੋਰ ਹੋਏਗਾ। ਹਾਂਜੀ ਦੋਸਤੋ, ਬਿਲਕੁਲ ਤੁਹਾਡਾ ਇਹ ਸਮ ਹੀ ਹੋਏਗਾ ਇੱਥੇ। ਠੀਕ ਹੈ ਜੀ, ਹੋਰ ਨਹੀਂ, ਆਹੀ ਹੋਏਗਾ ਸਮ, ਯਾਨੀ ਕਿ ਸਮ ਚਿਲਡਰਨ ਸਫਰ ਫਿਜ਼ੀਕਲ ਚੈਲੰਜਸ, ਯਾਨੀ ਕਿ ਕੁਝ ਜਿਹੜੇ ਹੈਗੇ ਬੱਚੇ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਅੱਗੇ ਪੇਰੈਂਟਸ ਆਫ ਡਿਫਰੈਂਟ ਏਬਲਡ ਚਿਲਡਰਨ ਨੈਵਰ ਐਕਸਪ੍ਰੈਸ ਦੇਅਰ ਫੀਲਿੰਗ ਐਂਡ ਓਪੀਨੀਅਨਸ। ਵੱਖਰੇ ਤੌਰ 'ਤੇ ਅਸਮਰਥ ਬੱਚਿਆਂ ਦੇ ਮਾਪੇ ਕਦੇ ਵੀ ਆਪਣੀਆਂ ਭਾਵਨਾਵਾਂ ਅਤੇ ਵਿਚਾਰ ਨੂੰ ਪ੍ਰਗਟ ਨਹੀਂ ਕਰਦੇ। ਸਹੀ ਜਾਂ ਗਲਤ? ਇਹ ਤੁਹਾਡਾ ਜਿਹੜਾ ਹੈਗਾ ਦੋਸਤੋ ਆਪਣਾ ਗਲਤ ਹੋ ਜਾਏਗਾ, ਫਾਲਸ ਹੋ ਜਾਏਗਾ। ਉਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਦੇਖੋ, ਅਗਲਾ ਪ੍ਰਸ਼ਨ ਕੀ ਹੈ ਇੱਥੇ ਤੁਹਾਡਾ? ਹਾਂਜੀ, ਅਗਲਾ ਪ੍ਰਸ਼ਨ ਆਪਣਾ ਮੈਚ ਦਾ ਵਰਡ ਅੰਡਰ ਦਾ ਕਾਲਮ ਏ ਵਿਦ ਮੀਨਿੰਗ ਅੰਡਰ ਬੀ। ਤਾਂ ਦੇਖੋ ਸਭ ਤੋਂ ਪਹਿਲਾਂ ਹੈ ਸਿੰਪੈਥੀ ਮਤਲਬ ਕੀ ਹੁੰਦਾ ਵਾ ਦੋਸਤੋ? ਹਮਦਰਦੀ। ਤਾਂ ਇਹਦਾ ਕੀ ਆ ਜਾਏਗਾ ਦੋਸਤੋ? ਇਹਦਾ ਜਿਹੜਾ ਹੈਗਾ ਵਾ ਆ ਜਾਏਗਾ ਫੀਲਿੰਗ ਪਿਟੀ ਔਰ ਟੈਂਡਰਨੈਸ, ਤਰਸ ਅਤੇ ਕੋਮਲਤਾ ਮਹਿਸੂਸ ਕਰਨਾ। ਲੋਨਲੀ ਦਾ ਦੋਸਤੋ ਕੀ ਆ ਜਾਏਗਾ? ਲੋਨਲੀ ਮਤਲਬ ਇਕੱਲਾ, ਯਾਨੀ ਕਿ ਦੋਸਤੋ ਇਹਦਾ ਆ ਜਾਏਗਾ ਸੈਡ, ਯਾਨੀ ਕਿ ਉਦਾਸ। ਠੀਕ ਹੈ ਜੀ, ਤਾਂ ਇਹਦਾ ਆਂਸਰ ਵੀ ਤੁਸੀਂ ਨੋਟ ਆਊਟ ਕਰ ਸਕਦੇ ਹੋ। ਸਿੰਪੈਥੀ ਦਾ ਆ ਰਿਹਾ, ਲੋਨਲੀ ਦਾ ਸੈਡ ਰਿਹਾ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਂਸਰ ਹੋ ਗਿਆ। ਉਸ ਤੋਂ ਬਾਅਦ ਫਿਰ ਦੋਸਤੋ ਤੁਹਾਨੂੰ ਇੱਕ ਹੋਰ ਪੈਰਾ ਆਉਣਾ ਵਾ, ਤਾਂ ਪੈਰਾ ਪੜ੍ਹ ਲਓ ਦੋਸਤੋ। ਕੀ ਆਪਣੇ ਨੇਮਡ ਆਫਟਰ ਫਾਰਮਰ ਪ੍ਰਾਈਮ ਮਿਨਿਸਟਰ ਇੰਦਰ ਕੁਮਾਰ ਗੁਜਰਾਲ's mother ਪੁਸ਼ਪਾ ਗੁਜਰਾਲ ਸਾਇੰਸ ਸਿਟੀ located on ਜਲੰਧਰ ਕਪੂਰਥਲਾ ਰੋਡ ਜਸਟ ਵੈਸਟ ਆਫ ਜਲੰਧਰ ਇਜ਼ ਐਕਸਟ੍ਰੀਮਲੀ ਥ੍ਰਿਲਿੰਗ। ਯਾਨੀ ਕਿ ਬਈ ਜਿਹੜਾ ਹੈਗਾ ਵਾ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਮਾਤਾ ਪੁਸ਼ਪਾ ਜਿਹੜੀ ਹੈਗੀ ਗੁਜਰਾਲ ਦੇ ਨਾਂ 'ਤੇ ਜਿਹੜਾ ਹੈਗਾ ਵਾ ਨਾ ਤੇ ਜਲੰਧਰ ਦੇ ਪੱਛਮ ਵੱਲ ਜਲੰਧਰ ਕਪੂਰਥਲਾ ਰੋਡ 'ਤੇ ਸਥਿਤ ਸਾਇੰਸ ਸਿਟੀ ਬੇਹਦੀ ਰੋਮਾਂਚਕ ਹੈ। ਠੀਕ ਹੈ ਜੀ, ਇਹੀ ਗੱਲਾਂ ਇਹਦੇ ਵਿੱਚ ਲਿਖੀਆਂ ਹੋਈਆਂ ਨੇ। ਬਾਕੀ ਇਹਦੇ ਵਿੱਚ ਦੱਸ ਦੇਣਾ ਦੋਸਤੋ ਭੌਤਿਕ, ਲਾਗੂ, ਕੁਦਰਤੀ ਅਤੇ ਸਮਾਜਿਕ ਵਿਗਿਆਨ। ਠੀਕ ਹੈ ਜੀ, ਉਸ ਤੋਂ ਬਾਅਦ ਤੋਂ ਲੈ ਕੇ ਦੋਸਤੋ ਸਿਹਤ ਵਿਗਿਆਨ, ਮਨੁੱਖੀ ਵਿਕਾਸ ਅਤੇ ਸੱਭਿਅਤਾ, ਇੰਜੀਨੀਅਰਿੰਗ, ਟੈਕਨੋਲੋਜੀ, ਖੇਤੀਬਾੜੀ, ਵਾਤਾਵਰਣ, ਈਕੋਸਿਸਟਮ ਅਤੇ ਜਿਹੜਾ ਹੈਗਾ ਦੋਸਤੋ ਪਾਰਕ ਤੱਕ ਜਿਹੜਾ ਹੈਗਾ ਵਿਗਿਆਨ ਦੀ ਲਗਭਗ ਹਰ ਸ਼ਾਖਾ ਪ੍ਰਦਰਸ਼ਿਤ ਕੀਤੀ ਹੈ। ਡੋਮ ਥੀਏਟਰ ਵਿੱਚ ਜਿਹੜਾ ਹੈਗਾ ਦੋਸਤੋ ਕੀ ਹੈ? ਵੱਡੇ ਫਾਰਮੈਟ ਦੀਆਂ ਫਿਲਮਾਂ ਜਿਹੜੀਆਂ ਨੇ ਹੋਮ ਥੀਏਟਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਇੱਥੇ ਲਿਖਿਆ ਨਾ ਡੋਮ ਥੀਏਟਰ ਜਿਹੜਾ ਹੁੰਦਾ ਵਾ ਦੋਸਤੋ। ਠੀਕ ਹੈ ਜੀ, ਤਾਂ ਇਹਦੇ ਵਿੱਚ ਦੋਸਤੋ ਫਿਲਮਾਂ ਦੀਆਂ 23 ਮੀਟਰ ਝੁਕਵੇਂ ਗੁੰਬਦ 'ਤੇ ਪੇਸ਼ ਕੀਤੀਆਂ ਜਾਂਦੀਆਂ ਹਨ। ਅਰਧ ਗੋਲਾਕਾਰ ਵਿਸ਼ਾਲ ਗੁੰਬਦ ਸਕਰੀਨ ਤੁਹਾਨੂੰ ਇੱਕ ਜਿਹੜੀ ਕਿ ਸ਼ਾਨਦਾਰ ਅਮਰ ਅਨੁਭਵ ਦੇਣ ਲਈ ਤੁਹਾਡੇ ਉੱਪਰ ਨਾਲ ਜਿਹੜਾ ਹੈਗਾ ਪਿੱਛੇ ਉੱਡਦੀ ਹੈ। ਠੀਕ ਹੈ ਜੀ, ਅਤੇ ਇਹਦੇ ਵਿੱਚ ਆਹੀ ਬਸ ਲਿਖਿਆ ਹੋਏ ਨੇ ਬਾਅਦ ਦੋਸਤੋ ਜਿਹੜਾ ਹੈਗਾ ਵਾ ਕੀ ਹੈ? ਡਾਇਨਾਸੌਰ ਪਾਰਕ ਡਾਇਨਾਸੌਰ ਦੇ ਵਿਕਾਸ ਅਤੇ ਉਹਨਾਂ ਦੇ ਅਲੋਪ ਹੋਣ ਦੇ ਸੰਭਾਵਿਤ ਕਾਰਨਾਂ ਦਾ ਦਰਸਾਉਂਦੀ ਹੈ। ਇੱਥੇ ਬੱਚਿਆਂ ਦਾ ਜਿਹੜਾ ਹੈਗਾ ਪਾਰਕ ਵੀ ਹੈ, ਜਿਸ ਵਿੱਚ ਸੁਰੰਗਾਂ, ਸਵਾਰੀਆਂ, ਬਾਉਂਸਰ ਆਦਿ ਸ਼ਾਮਿਲ ਹਨ। ਇੱਕ ਨਕਲੀ ਝੀਲ ਹੈ ਜੋ ਸੈਲਾਨੀਆਂ ਨੂੰ ਬੋਟਿੰਗ ਲਈ ਦੋਸਤੋ ਜਿਹੜਾ ਹੈਗਾ ਵਾ ਕੀ ਹੈ ਆਪਣਾ ਬੋਟਿੰਗ ਲਈ ਜਿਹੜਾ ਹੈਗਾ ਵੀ ਸ਼ਾਮਿਲ ਕਰਨ ਦੀ ਆਗਿਆ ਦਿੰਦਾ ਹੈ। ਉਸ ਤੋਂ ਬਾਅਦ ਦੋਸਤੋ ਲਿਖਿਆ ਹੈ ਆਪਣਾ ਕਿ ਸਾਰੇ ਸ਼ਾਨਦਾਰ ਆਕਰਸ਼ਣਾਂ ਦੇ ਨਾਲ ਦੋਸਤੋ ਸਾਇੰਸ ਸਿਟੀ ਦਾ ਦੌਰਾ ਬਹੁਤ ਹੀ ਜਾਣਕਾਰੀ ਅਤੇ ਭਰਪੂਰ ਹੈ, ਤਾਂ ਜਿਹੜਾ ਹੈਗਾ ਦੋਸਤੋ ਆਨੰਦਦਾਇਕ ਹੋਵੇਗਾ। ਤਾਂ ਦੋਸਤੋ ਇਹੀ ਤੁਹਾਨੂੰ ਮੈਂ ਮੋਟੀ ਸ਼ਾਰਟ ਦੇ ਵਿੱਚ ਦੱਸਤਾ। ਹੁਣ ਦੇਖੋ ਪਹਿਲਾ ਪ੍ਰਸ਼ਨ ਇਹਦੇ ਵਿੱਚ ਨਿਕਲ ਕਰ ਆ ਰਿਹਾ, ਵਿਚ ਫੈਕਲਟੀ ਪ੍ਰੋਵਾਈਡ ਅ ਸੈਂਸ ਆਫ ਐਡਵੈਂਚਰ, ਜਿਹੜਾ ਕਿਹੜੀ ਸਹੂਲਤ ਸਾਹਸ ਦੀ ਭਾਵਨਾ ਪ੍ਰਦਾਨ ਕਰਦੀ ਹੈ? ਤਾਂ ਇਸ ਪ੍ਰਸ਼ਨ ਦਾ ਆਂਸਰ ਆ ਜਾਏਗਾ ਫਲਾਈਟ ਸਿਮੂਲੇਟਰ। ਠੀਕ ਹੈ ਜੀ, ਤਾਂ ਇਹਦਾ ਆਂਸਰ ਦੋਸਤੋ ਫਲਾਈਟ ਸਿਮੂਲੇਟਰ ਹੋ ਜਾਏਗਾ। ਅੱਗੇ ਆਪਣਾ ਦੋਸਤੋ ਲਾਰਜ ਹਿਊਮਨ ਮਾਡਲਸ ਆਰ ਫਾਊਂਡ ਇਨ ਡੈਸ਼। ਤਾਂ ਇਹਦਾ ਆਂਸਰ ਜਿਹੜਾ ਹੈਗਾ ਵਾ ਕਿ ਵੱਡੀ ਮਨੁੱਖ ਮਾਡਲਾਂ ਵਿੱਚ ਪਾਏ ਜਾਂਦੇ ਹਨ। ਤਾਂ ਇਹਦਾ ਆਂਸਰ ਆਏਗਾ ਅਮੇਜ਼ਿੰਗ ਲਿਵਿੰਗ ਮਸ਼ੀਨ ਗੈਲਰੀ ਦੇ ਵਿੱਚ। ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ ਵੇਅਰ ਇਜ਼ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਇਜ਼ ਲੋਕੇਟਡ। ਤਾਂ ਇਸ ਪ੍ਰਸ਼ਨ ਦਾ ਆਂਸਰ ਜਿਹੜਾ ਹੈਗਾ ਆ ਜਾਏਗਾ ਇਟ ਇਜ਼ ਲੋਕੇਟਡ ਔਨ ਜਲੰਧਰ ਕਪੂਰਥਲਾ ਰੋਡ ਵੀ ਜਸਟ ਵੈਸਟ ਆਫ ਜਲੰਧਰ। ਯਾਨੀ ਕਿ ਦੋਸਤੋ ਇਹਦੇ ਵਿੱਚ ਆਹੀ ਪੁੱਛਿਆ ਹੈ ਨਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਿੱਥੇ ਸਥਿਤ ਹੈ? ਤਾਂ ਇਟ ਇਜ਼ ਲੋਕੇਟਡ ਔਨ ਜਲੰਧਰ ਕਪੂਰਥਲਾ ਰੋਡ ਜਸਟ ਵੈਸਟ ਔਰ ਜਲੰਧਰ, ਯਾਨੀ ਕਿ ਇਹ ਜਲੰਧਰ ਦੇ ਪੱਛਮ ਵੱਲ ਜਲੰਧਰ ਕਪੂਰਥਲਾ ਰੋਡ 'ਤੇ ਸਥਿਤ ਹੈ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਵਾਟ ਇਜ਼ ਡਿਸਪਲੇਡ ਇਨ ਦਾ ਡਾਇਨਾਸੌਰ ਪਾਰਕ। ਡਾਇਨਾਸੌਰ ਪਾਰਕ ਵਿੱਚ ਕੀ ਪ੍ਰਦਰਸ਼ਿਤ ਹੁੰਦਾ ਹੈ? ਤਾਂ ਇਸ ਪ੍ਰਸ਼ਨ ਦਾ ਆਂਸਰ ਜਿਹੜਾ ਹੈਗਾ ਆ ਜਾਏਗਾ ਦਾ ਡਾਇਨਾਸੌਰ ਪਾਰਕ ਡਿਸਪਲੇਸਡ ਦਾ ਐਵੋਲੂਸ਼ਨ ਆਫ ਡਾਇਨਾਸੌਰ ਐਂਡ ਦਾ ਲਾਈਕਲੀ ਰੀਜ਼ਨ ਆਫ ਦੇਅਰ ਐਗਜ਼ਿਸਸ਼ਨ। ਠੀਕ ਹੈ ਜੀ, ਯਾਨੀ ਕਿ ਜਿਹੜਾ ਹੈਗਾ ਡਾਇਨਾਸੌਰ ਪਾਰਕ ਵਿੱਚ ਡਾਇਨਾਸੌਰਾਂ ਦੇ ਵਿਕਾਸ ਅਤੇ ਉਹਨਾਂ ਦੇ ਵਿਨਾਸ਼ ਦੇ ਸੰਭਾਵਿਤ ਜਿਹੜੇ ਹੈਗੇ ਕਾਰਨਾਂ ਨੂੰ ਦਰਸਾਉਂਦਾ ਹੈ। ਉਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਕੀ ਪੁੱਛਿਆ ਹੈ ਇੱਥੇ? ਅਗਲਾ ਪ੍ਰਸ਼ਨ ਇੱਥੇ ਪੁੱਛਿਆ ਹੋਇਆ ਵਾ ਆਪਣਾ ਕਿ ਫਿਲਿੰਗ ਦਾ ਬਲੈਂਕ ਵਿਦ ਸੁਟੇਬਲ ਵਰਡ ਫਰੋਮ ਦਾ ਪੈਸੇਜ ਦਾ ਵਰਕ ਆਫ ਫੇਮਸ ਪੇਂਟਰ ਆਰ ਡੈਸ਼ ਇਨ ਦਾ ਟੈਗੋਰ ਆਰਟ ਗੈਲਰੀ। ਯਾਨੀ ਕਿ ਬਈ ਜਿਹੜਾ ਹੈਗਾ ਵਾ ਬਈ ਮਸ਼ਹੂਰ ਚਿੱਤਰਕਾਰਾਂ ਦੀਆਂ ਰਚਨਾਵਾਂ ਡੈਸ਼
ਟੈਗੋਰ ਆਰਟ ਗੈਲਰੀ ਵਿੱਚ ਹਨ ਤਾਂ ਇਹਦਾ ਆਨਸਰ ਕੀ ਹੋ ਜਾਏਗਾ? ਇਹਦਾ ਆਨਸਰ ਹੋ ਜਾਏਗਾ ਦੋਸਤੋ ਆਪਣਾ ਐਗਜ਼ਿਬਿਟਡ। ਠੀਕ ਹੈ ਜੀ, ਦ ਵਰਕ ਆਫ ਫੇਮਸ ਪੇਂਟਰ ਆਰ ਐਗਜ਼ਿਬਿਟਡ ਇਨ ਦ ਟੈਗੋਰ ਆਰਟ ਗੈਲਰੀ। ਠੀਕ ਹੈ ਜੀ, ਯਾਨੀ ਕਿ ਦੋਸਤੋ ਜਿਹੜਾ ਹੈਗਾ ਵਾ ਪ੍ਰਸਿੱਧ ਚਿੱਤਰਕਾਰਾਂ ਦੀਆਂ ਰਚਨਾਵਾਂ ਜਿਹੜੀ ਹੈਗੀਆਂ ਨੇ ਪ੍ਰਦਰਸ਼ਿਤ ਟੈਗੋਰ ਆਰਟ ਗੈਲਰੀ ਦੇ ਵਿੱਚ ਹੈਗੀਆਂ ਹਨ। ਠੀਕ ਹੈ ਜੀ, ਤਾਂ ਇਹਦਾ ਆਨਸਰ ਜਿਹੜਾ ਹੈਗਾ ਇਹ ਐਗਜ਼ਿਬਿਟਡ ਹੋ ਜਾਏਗਾ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਦੇਖੋ ਕੀ ਹੈ ਤੁਹਾਡਾ ਇੱਥੇ, ਮੈਚ ਦਾ ਫੋਲੋਇੰਗ ਅੰਡਰ ਕਾਲਮ ਏ, ਤਾਂ ਦੇਖੋ ਕੀ ਹੈ ਸਪੈਕਟੂਲਰ। ਠੀਕ ਹੈ ਜੀ, ਤਾਂ ਇਸ ਦਾ ਦੋਸਤੋ ਕੀ ਮਤਲਬ ਹੁੰਦਾ ਵਾ? ਸ਼ਾਨਦਾਰ। ਤਾਂ ਇਹਦਾ ਕੀ ਹੋ ਜਾਏਗਾ? ਇਹਦਾ ਆਨਸਰ ਜਿਹੜਾ ਹੈਗਾ ਵਾ ਸਪੈਕਟੂਲਰ ਦਾ ਹੋ ਜਾਏਗਾ ਦੋਸਤੋ ਹਿਊਜ। ਠੀਕ ਹੈ ਜੀ, ਤਾਂ ਨਹੀਂ ਹਿਊਜ ਨਹੀਂ ਹੋਏਗਾ, ਇੱਥੇ ਆ ਅਮੇਜ਼ਿੰਗ ਦਿੱਤਾ ਹੋਇਆ ਇਹਨਾਂ ਨੇ। ਠੀਕ ਹੈ ਜੀ, ਅਮੇਜ਼ਿੰਗ ਜਿਹੜਾ ਹੈਗਾ ਦੋਸਤੋ ਇਹਦਾ ਆਨਸਰ ਜਿਹੜਾ ਹੈਗਾ ਵਾ ਸਪੈਕਟੂਲਰ ਦਾ ਦੋਸਤੋ ਮਤਲਬ ਜਿਹੜਾ ਹੈਗਾ ਉਹ ਇੱਥੇ ਆਹੀ ਹੁੰਦਾ ਵਾ ਸ਼ਾਨਦਾਰ। ਤਾਂ ਅਮੇਜ਼ਿੰਗ ਮਤਲਬ ਵੀ ਜਿਹੜਾ ਹੈਗਾ ਸ਼ਾਨਦਾਰ ਹੀ ਹੋ ਗਿਆ। ਠੀਕ ਹੈ ਜੀ, ਤੇ ਜਿਆਂਟ ਮਤਲਬ ਜਿਹੜਾ ਹੈਗਾ ਵੱਡਾ ਹੁੰਦਾ ਵਾ, ਹਿਊਜ ਮਤਲਬ ਜਿਹੜਾ ਹੈਗਾ ਵਾ ਵਿਸ਼ਾਲ ਹੋ ਗਿਆ ਯਾਰ, ਫਿਰ ਵੱਡਾ ਗੱਲ ਇੱਕ ਹੀ ਆ। ਤਾਂ ਇੱਥੇ ਜਿਹੜਾ ਹੈਗਾ ਤੁਹਾਡਾ ਆਨਸਰ ਜਿਹੜਾ ਹੈਗਾ ਸਿੰਪਲ ਦੇ ਵਿੱਚ ਦੱਸੀਏ ਤਾਂ ਇਹਦਾ ਇਹਦੇ ਨਾਲ ਹੋ ਜਾਏਗਾ, ਜਿਆਂਟ ਦਾ ਜਿਹੜਾ ਹੈਗਾ ਦੋਸਤੋ ਇਹਦੇ ਨਾਲ ਹੋ ਜਾਏਗਾ, ਇਹਦੇ ਨਾਲ। ਠੀਕ ਹੈ ਜੀ, ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਤੁਹਾਡਾ ਸੈਕਸ਼ਨ ਬੀ ਆ। ਠੀਕ ਹੈ ਜੀ, ਤਾਂ ਸੈਕਸ਼ਨ ਬੀ ਆ ਤੁਹਾਡਾ ਰਾਈਟਿੰਗ ਸਕਿੱਲਸ ਗ੍ਰਾਮਰ ਐਂਡ ਟ੍ਰਾਂਸਲੇਸ਼ਨ, 26 ਮਾਰਕਸ ਦੇ ਤੁਹਾਨੂੰ ਇਹ ਆਉਣੀ ਆ। ਤਾਂ ਦੋਸਤੋ ਇਹਦੇ ਵਿੱਚ ਦੇਖੋ ਇਹ ਤੁਹਾਡਾ ਕੀ ਦਿੱਤਾ ਹੋਇਆ ਵਾ, ਹਾਂਜੀ, ਤਾਂ ਇਹਦੇ ਵਿੱਚ ਦੋਸਤੋ ਇਹ ਤੁਹਾਡਾ ਯੂ ਆਰ ਅਰੁਣ ਬੰਸਲ, ਯੂ ਲੋਸਟ ਵਿਰਿਸਟ ਵਾਚ ਯੈਸਟਰਡੇ ਇਨ ਪਲੇਗਰਾਊਂਡ ਆਫ ਯੂਰ ਸਕੂਲ ਰੋਡਸ ਪਬਲਿਕ ਸਕੂਲ ਫਾਜ਼ਿਲਕਾ, ਡਰਾਫਟ ਅ ਨੋਟਿਸ ਫॉर द लॉस ऑफ वॉच। यानी कि ਜਿਹੜਾ ਕਿ ਤੁਸੀਂ ਅਰੁਣ ਬੰਸਲ ਹੋ, ਕੱਲ ਤੁਹਾਡੇ ਸਕੂਲ ਰੂਟਸ ਪਬਲਿਕ ਸਕੂਲ ਵਿੱਚ ਫਾਜ਼ਿਲਕਾ ਦੇ ਖੇਡ ਮੈਦਾਨ ਵਿੱਚ ਤੁਹਾਡੀ ਗੁੱਟ ਦੀ ਘੜੀ ਗੁਆਚ ਗਈ ਹੈ। ਆਪਣੀ ਘੜੀ ਦੇ ਗੁਆਚਣ ਲਈ ਇੱਕ ਨੋਟਿਸ ਤਿਆਰ ਕਰੋ। ਤਾਂ ਦੋਸਤੋ ਚਲੋ ਅਸੀਂ ਨੋਟਿਸ ਜਿਹੜਾ ਹੈਗਾ ਤਿਆਰ ਕਰ ਲਿਆ, ਬਸ ਸਕੂਲ ਦਾ ਨਾਮ ਅਲੱਗ ਹੈ, ਬਾਕੀ ਸਾਰਾ ਕੁਝ ਸੇਮ ਹੈ। ਠੀਕ ਹੈ, ਲੋਸਟ ਵਿਰਿਸਟ ਵਾਚ ਇੱਕ ਕੋਈ ਵੀ ਲਿਖ ਸਕਦੇ ਹੋ ਸਕੂਲ ਦਾ ਨਾਮ, ਜਿਹੜਾ ਅਗਰ ਤੁਹਾਡਾ ਇੱਥੇ ਲਿਖਿਆ ਹੈਗਾ ਪੇਪਰ ਦੇ ਵਿੱਚ ਉਹੀ ਤੁਸੀਂ ਲਿਖ ਦੇਣਾ ਵਾ। 14 ਅਗਸਤ 2021। ਠੀਕ ਹੈ ਜੀ, ਤਾਂ ਇਹਦੇ ਵਿੱਚ ਕੀ ਹੈ ਦੋਸਤੋ ਆਪਣਾ ਲੋਸਟ ਅ ਬਲੈਕ ਸਟਾਰਪ ਵਾਈਲਟ ਡਾਇਲ ਟਾਈਟਨ ਵਿਰਿਸਟ ਵਾਚ ਇਨ ਦਾ ਸਕੂਲ ਪਲੇਗਰਾਊਂਡ ਡਿਊਰਿੰਗ 7th ਪੀਰੀਅਡ ਯੈਸਟਰਡੇ। ਜੇ ਕੱਲ 7ਵੇਂ ਪੀਰੀਅਡ ਦੇ ਦੌਰਾਨ ਸਕੂਲ ਦੇ ਖੇਡ ਮੈਦਾਨ ਵਿੱਚ ਇੱਕ ਕਾਲਾ ਪੱਟੀ ਚਿੱਟੀ ਜਿਹੜਾ ਹੈਗਾ ਵਾ ਡਾਇਲ ਟਾਈਟਨ ਕਲਾਈ ਕੜੀ ਜਿਹੜੀ ਹੈਗੀ ਹੈ ਦੋਸਤੋ ਕੀ ਆਪਣੀ ਜਿਹੜੀ ਕਿ ਗੁਆਚ ਗਈ ਹੈ। ਠੀਕ ਹੈ, ਉਸ ਤੋਂ ਬਾਅਦ ਦੋਸਤੋ ਕੀ ਲਿਖਿਆ ਹੈ ਵਾ ਐਨੀਵਨ, ਯਾਨੀ ਕਿ ਕੋਈ ਵੀ ਜਿਹੜਾ ਹੈਗਾ ਵਾ ਇਸ ਨੂੰ ਐਨੀਵਨ ਹੂ ਫਾਈਂਡ ਪਲੀਜ਼ ਇਟ ਕੰਟੈਕਟ ਦਾ ਅੰਡਰਸਾਈਨਡ ਇਨ ਦਾ ਕਲਾਸ 12th A ਅਫਾਈਂਡਰ ਵਿਲ ਬੀ ਰਿਵਾਰਡਡ ਵਿਦ ਟ੍ਰੀਟ ਇਨ ਦਾ ਕੰਟੀਨ। ਠੀਕ ਹੈ ਜੀ, ਰਾਮ 12th A ਜਾਂ ਫਿਰ ਇੱਥੇ 11th A ਤੁਸੀਂ ਲਿਖ ਦਿਓ। ਜਿਹੜਾ ਹੈਗਾ ਵਾ ਜੋ ਵੀ ਇਸ ਨੂੰ ਜਿਹੜਾ ਕੋਈ ਵੀ ਜਿਸ ਨੂੰ ਜਿਹੜਾ ਹੈਗਾ ਕੋਈ ਵੀ ਜਿਹੜਾ ਹੈਗਾ ਵਾ ਜਿਸ ਨੂੰ ਇਹ ਲੱਭਦਾ ਹੈ, ਕਿਰਪਾ ਕਰਕੇ ਜਿਹੜਾ ਹੈਗਾ ਵਾ 12th A ਜਾਂ ਫਿਰ 11th A ਵਿੱਚ ਜਿਹੜਾ ਹੈਗਾ ਵਾ ਜਿਹੜੇ ਜਮਾਤ ਆ, ਠੀਕ ਹੈ ਜੀ 11th A ਜਾਂ ਫਿਰ 12th A ਜਮਾਤ ਵਿੱਚ ਹੇਠ ਹਸਤਾਖਰਿਤ ਵਿਅਕਤੀ ਨਾਲ ਸੰਪਰਕ ਕਰੋ। ਜਿਸ ਨੇ ਵੀ ਇਹ ਲੱਭਿਆ ਤਾਂ ਉਸ ਨੂੰ ਕੰਟੀਨ ਵਿੱਚ ਇੱਕ ਪਾਰਟੀ ਦਿੱਤੀ ਜਾਏਗੀ ਜਾਂ ਫਿਰ ਦੋਸਤੋ ਟਰੀਟ ਨਾਲ ਉਸ ਨੂੰ ਨਿਵਾਜਿਆ ਜਾਵੇਗਾ। ਠੀਕ ਹੈ ਜੀ, ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਜਾਏਗਾ ਰਾਮ 11th A, ਤੁਸੀਂ ਇੱਥੇ ਜਿਹੜਾ ਹੈਗਾ ਵਾ ਲਿਖ ਦੇਣਾ ਵਾ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਦੋਸਤੋ ਆਪਣਾ ਦੇਖੋ ਅਗਲਾ ਤੁਹਾਡਾ ਪ੍ਰਸ਼ਨ ਕੀ ਹੈ। ਇੱਥੇ ਅਗਲਾ ਤੁਹਾਡਾ ਪ੍ਰਸ਼ਨ ਹੈ ਡਰਾਫਟ ਐਂਡ ਐਡਵਰਟਾਈਜ਼ ਫॉर द ਵੈਕੈਂਟ ਪੋਸਟ ਇਨ ਯੂਰ ਸਕੂਲ ਰਾਮਦਾਸ ਪਬਲਿਕ ਸਕੂਲ ਕੋਟਕਪੂਰਾ। ਤੁਹਾਡੇ ਸਕੂਲ ਰਾਮਦਾਸ ਪਬਲਿਕ ਸਕੂਲ ਕੋਟਕਪੂਰਾ 4 ਵਿੱਚ ਜਿਹੜਾ ਹੈਗਾ ਦੋਸਤੋ ਕੀ ਆਪਣਾ ਇੱਥੇ 4 ਮਾਰਕਸ ਦੀ ਹੈ ਤੁਹਾਡੀ ਇਹ, ਇਹਦੇ ਵਿੱਚ ਖਾਲੀ ਅਸਾਮੀਆਂ ਵਾਲੇ ਇਸ਼ਤਿਹਾਰ ਜਾਰੀ ਕਰੋ। ਤਾਂ ਇਸ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਆ ਜਾਏਗਾ, ਆ ਦੇਖੋ ਜੁਆਇਨ ਆਵਰ ਟੀਮ ਐਟ ਰਾਮਦਾਸ ਪਬਲਿਕ ਸਕੂਲ ਕੋਟਕਪੂਰਾ, ਡੂ ਯੂ ਲਵ ਵਰਕਿੰਗ ਵਿਦ ਕਿਡਸ, ਵੀ ਹੈਵ ਜੋਬ ਓਪਨਿੰਗ ਫॉर ਟੀਚਿੰਗ ਫॉर ਲਿਟਲ ਕਿਡਸ, ਫਨ ਟੀਚਿੰਗ ਫॉर ਯੂਅਰ ਯੰਗ ਵੰਸ। ਯਾਨੀ ਕਿ ਕੀ ਤੁਸੀਂ ਬੱਚਿਆਂ ਨਾਲ ਕੰਮ ਕਰਨਾ ਪਸੰਦ ਕਰਦੇ ਹੋ? ਸਾਡੇ ਕੋਲ ਇਹਨਾਂ ਲਈ ਨੌਕਰੀਆਂ ਹਨ, ਛੋਟੇ ਬੱਚਿਆਂ ਨੂੰ ਪੜ੍ਹਾਉਣਾ। ਠੀਕ ਹੈ ਜੀ, ਫਨ ਟੀਚਿੰਗ ਫॉर ਯੰਗ ਵੰਸ ਨੌਜਵਾਨਾਂ ਲਈ ਮਜ਼ੇਦਾਰ ਸਿੱਖਿਆ, ਟੀਚਿੰਗ ਬਿਗ ਕਿਡਸ ਸਾਇੰਸ। ਠੀਕ ਹੈ ਜੀ, ਯਾਨੀ ਕਿ ਜਿਹੜਾ ਹੈਗਾ ਵੱਡੇ ਬੱਚਿਆਂ ਨੂੰ ਵਿਗਿਆਨ ਸਿਖਾਉਣਾ, ਐਗਜ਼ਿਸਟਿੰਗ ਸਾਇੰਸ ਟੀਚਿੰਗ ਫॉर ਓਲਡਰ ਸਟੂਡੈਂਟਸ, ਪੁਰਾਣੇ ਵਿਦਿਆਰਥੀਆਂ ਲਈ ਦਿਲਚਸਪ ਵਿਗਿਆਨ ਦੀ ਸਿੱਖਿਆ। ਉਸ ਤੋਂ ਬਾਅਦ ਆਫਿਸ ਹੈਲਪਰ, ਯਾਨੀ ਕਿ ਦਫ਼ਤਰ ਸਹਾਇਕ, ਹੈਲਪ ਵਿਦ ਆਫਿਸ ਟਾਸਕ, ਦਫ਼ਤਰ ਕੰਮਾਂ ਵਿੱਚ ਮਦਦ ਕਰੋ। ਸਪੋਰਟਸ ਕੋਚ, ਪਲੇ ਸਪੋਰਟਸ ਵਿਦ ਅਸ, ਜਿਹੜਾ ਹੈਗਾ ਵਾ ਸਪੋਰਟਸ ਕੋਚ ਨਾਲ ਖੇਡਾਂ ਖੇਡੋ। ਠੀਕ ਹੈ ਜੀ, ਇਹਦੇ ਵਿੱਚ ਇੰਟਰਸਟਡ ਈਮੇਲ ਵਿਦ ਯੂਰ ਡਿਟੇਲਸ ਰਾਮਦਾਸ ਪਬਲਿਕ ਸਕੂਲ ਕੋਟਕਪੂਰਾ ਵੇਅਰ ਲਰਨਿੰਗ ਇਜ਼ ਫਨ। ਠੀਕ ਹੈ ਜੀ, ਤਾਂ ਇਸ ਪ੍ਰਕਾਰ ਦੋਸਤੋ ਤੁਸੀਂ ਜਿਹੜਾ ਹੈਗਾ ਵਾ ਇਹ ਲਿਖ ਦੇਣਾ ਵਾ, ਤਾਂ ਆਪਣੇ ਜਿਹੜੇ ਹੈਗਾ ਵੇਰਵਿਆਂ ਦੇ ਨਾਲ ਈਮੇਲ ਜਿਹੜਾ ਹੈਗਾ ਭੇਜੋ। ਇਸ ਤਰ੍ਹਾਂ ਪ੍ਰਕਾਰ ਇਹਨਾਂ ਨੇ ਲਿਖਿਆ ਹੋਇਆ ਵਾ। ਠੀਕ ਹੈ ਜੀ, ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਜਾਏਗਾ ਐਡਵਰਟਾਈਜ਼ਮੈਂਟ ਦਾ। ਤਾਂ ਇਹ ਦੋਸਤੋ ਫੁੱਲ ਫਲੈਜ ਆਨਸਰ ਹੋ ਗਿਆ। ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਇੱਕ ਹੋਰ, ਹਾਂਜੀ ਇਹ ਹੋ ਗਿਆ ਦੋਸਤੋ। ਹੁਣ ਹੈ ਆਪਣਾ ਸਪੋਜ਼ ਯੂ ਆਰ ਅਮਿਤਾਭ, ਯੂ ਲਿਵ 38 A ਨਿਊ ਮਾਡਲ ਟਾਊਨ ਜਲੰਧਰ, ਰਾਈਟ ਅ ਲੈਟਰ ਟੂ ਯਰ ਯੰਗਰ ਬ੍ਰਦਰ ਅਜੀਤਵ ਹੂ ਇਜ਼ ਬੁੱਕ ਬੋਮ ਪਰਸੂਡਿੰਗ ਹਿਮ ਟੂ ਟੇਕ ਪਾਰਟ ਇਨ ਗੇਮ। ਜਿਹੜਾ ਹੈਗਾ ਮੰਨ ਲਓ ਕਿ ਤੁਸੀਂ ਜਿਹੜਾ ਹੈਗਾ ਵਾ ਕੀ ਹੋ ਦੋਸਤੋ, ਇੱਥੇ ਜਿਹੜਾ ਹੈਗਾ ਵਾ ਅਮਿਤਾਭ ਹੋ। ਠੀਕ ਹੈ ਜੀ, ਅਮਿਤਾਭ ਹੋ। ਠੀਕ ਹੈ ਜੀ, ਤਾਂ ਤੁਸੀਂ ਜਿਹੜਾ ਹੈਗਾ 30 A ਨਿਊ ਮਾਡਲ ਟਾਊਨ ਜਲੰਧਰ ਵਿਖੇ ਰਹਿੰਦੇ ਹੋ। ਆਪਣੇ ਛੋਟੇ ਭਰਾ
ਤਾਬ ਨੂੰ ਜਿਹੜਾ ਹੈਗਾ ਵਾ ਕੀ ਲਿਖਿਆ ਦੋਸਤੋ, ਅਜੀਤਾਬ ਲਿਖਿਆ ਹੋਇਆ ਵਾ। ਅਜੀਤਾਬ ਨੂੰ ਇੱਕ ਪੱਤਰ ਲਿਖੋ ਜੋ ਕਿ ਕਿਤਾਬੀ ਕੀੜਾ ਹੈ ਉਸ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਜਿਹੜਾ ਹੈਗਾ ਵਾ ਮੋਟੀਵੇਟ ਕਰੋ ਜਾਂ ਪ੍ਰੇਰਿਤ ਕਰੋ। ਤਾਂ ਇਸ ਪ੍ਰਸ਼ਨ ਦਾ ਆਨਸਰ ਆ ਜਾਏਗਾ, ਆ ਦੇਗਾ ਆਪਣਾ ਆਨਸਰ, ਐਡਵਾਈਜ਼ਿੰਗ ਬ੍ਰਦਰ ਟੂ ਇੰਪਰੂਵ ਹਿਜ਼ ਹੈਲਥ। ਤਾਂ ਦੋਸਤੋ ਇਹ ਪੂਰੀ ਆਨਸਰ ਜਿਹੜਾ ਹੈਗਾ ਤੁਸੀਂ ਰੀਡ ਆਊਟ ਕਰ ਸਕਦੇ ਹੋ ਇਸ ਨੂੰ, ਜਿਵੇਂ ਕਿਵੇਂ ਲਿਖਣਾ। 105 ਗੁਰੂ ਨਾਨਕ ਜਿਹੜਾ ਹੈਗਾ ਵਾ ਨਗਰ ਫਿਰੋਜ਼ਪੁਰ 12 ਅਪ੍ਰੈਲ 2024। ਡੀਅਰ ਕਿਰਪਾਲ, ਯੂਰ ਫਰੈਂਡ ਬਨਵਾਰੀ ਮੈਟ ਮੀ ਅ ਫਿਊ ਡੇਜ਼ ਅਗੋ, ਹੀ ਟੋਲਡ ਮੀ ਦੈਟ ਯੂ ਹੈਵ ਬਿਕਮ ਬੁੱਕ ਬੌਮ। ਜਿਹੜਾ ਹੈਗਾ ਵਾ ਕੀ ਹੈ ਬਈ ਤੁਹਾਡੇ ਜਿਹੜਾ ਹੈਗਾ ਦੋਸਤ ਆ ਜਿਹੜਾ ਆਪਣਾ, ਠੀਕ ਹੈ, ਉਸਨੇ ਜਿਹੜਾ ਹੈਗਾ ਵਾ ਉਹ ਮੈਨੂੰ ਮਿਲਿਆ ਅਤੇ ਉਸਨੇ ਮੈਨੂੰ ਜਿਹੜਾ ਹੈਗਾ ਵਾ ਦੱਸਿਆ ਵਾ, ਬਨਵਾਰੀ ਜਿਹੜਾ ਹੈਗਾ ਵਾ ਤੁਹਾਡਾ ਦੋਸਤ ਕੁਝ ਦਿਨ ਪਹਿਲਾਂ ਮਿਲਿਆ ਅਤੇ ਉਸਨੇ ਮੈਨੂੰ ਦੱਸਿਆ ਕਿ ਤੁਸੀਂ ਕਿਤਾਬੀ ਕੀੜਾ ਬਣ ਗਏ ਹੋ, ਯਾਨੀ ਕਿ ਹੀ ਟੋਲਡ ਮੀ ਦੈਟ ਯੂ ਹੈਵ ਬਿਕਮ ਅ ਬੁੱਕ ਬੌਮ। ਯੂ ਡੂ ਨਾਟ ਕੇਅਰ ਆਲ ਅਬਾਊਟ ਯੂਰ ਹੈਲਥ, ਯੂ ਡੂ ਨਾਟ ਟੇਕ ਪਾਰਟ ਇਨ ਗੇਮ, ਇਟ ਇਜ਼ ਨਾਟ ਗੁੱਡ ਔਨ ਯੂਰ ਪਾਰਟਸ, ਗੇਮ ਆਰ ਪਾਰਟ ਐਂਡ ਪਾਰਸਲ ਆਫ ਐਜੂਕੇਸ਼ਨ, ਹੈਲਥ ਇਜ਼ ਵੈਲਥ, ਯੂ ਕਾਂਟ ਸਾਈਂਡ you can't have a sound mind without a sound body, no doubt you are good at studies but you have a very poor ਹੈਲਥ। ਬਈ ਇਹੀ ਹੈ ਕਿ ਉਸਨੇ ਮੈਨੂੰ ਕਿਹਾ ਕਿ ਤੁਸੀਂ ਕਿਤਾਬੀ ਕਿਹੜਾ ਬਣ ਗਏ ਹੋ, ਤੁਸੀਂ ਆਪਣੀ ਸਿਹਤ ਦਾ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਹੋ, ਤੁਸੀਂ ਖੇਡਾਂ ਵਿੱਚ ਹਿੱਸਾ ਨਹੀਂ ਲੈ ਰਹੇ ਹੋ, ਇਹ ਤੁਹਾਡੇ ਵੱਲ ਜਿਹੜਾ ਹੈਗਾ ਤੁਹਾਡੇ ਵੱਲੋਂ ਚੰਗਾ ਨਹੀਂ ਹੈ। ਖੇਡਾਂ ਸਿੱਖਿਆ ਦਾ ਹਿੱਸਾ ਹਨ, ਸਿਹਤ ਦੌਲਤ ਹੈ, ਤੁਸੀਂ ਇੱਕ ਤੰਦਰੁਸਤ ਸਰੀਰ ਤੋਂ ਬਿਨਾਂ ਇੱਕ ਚੰਗਾ ਮਨ ਨਹੀਂ ਰੱਖ ਸਕਦੇ ਹੋ। ਕੋਈ ਸ਼ੱਕ ਨਹੀਂ ਕਿ ਤੁਸੀਂ ਪੜ੍ਹਾਈ ਵਿੱਚ ਚੰਗੇ ਹੋ ਪਰ ਤੁਹਾਡੀ ਸਿਹਤ ਬਹੁਤ ਮਾੜੀ ਹੈ। ਆਈ ਐਡਵਾਈਜ਼, ਯਾਨੀ ਕਿ ਮੈਂ ਤੁਹਾਨੂੰ ਆਪਣੀ ਇੱਕ ਜਿਹੜੀ ਹੈਗੀ ਆ ਸਲਾਹ ਦਿੰਦਾ ਹਾਂ, ਯਾਨੀ ਕਿ ਦੋਸਤੋ ਕੀ ਹੈ, ਆਈ ਐਡਵਾਈਜ਼ ਯੂ ਟੂ ਬੀ ਕੇਅਰਫੁਲ ਅਬਾਊਟ ਯੂਰ ਹੈਲਥ। ਮੈਂ ਤੁਹਾਨੂੰ ਆਪਣੀ ਸਿਹਤ ਪ੍ਰਤੀ ਜਿਹੜਾ ਸਾਵਧਾਨ ਰਹਿਣ ਦੀ ਸਲਾਹ ਦਿੰਦਾ ਹਾਂ। ਯੂ ਸ਼ੁੱਡ ਗੋ ਆਊਟ ਫੋਰ ਵਾਕ ਡੇਲੀ, ਜਿਹੜਾ ਹੈਗਾ ਵਾ ਤੁਸੀਂ ਰੋਜ਼ਾਨਾ ਜਿਹੜਾ ਹੈਗਾ ਸੈਰ ਲਈ ਬਾਹਰ ਤੁਹਾਨੂੰ ਜਿਹੜਾ ਹੈਗਾ ਜਾਣਾ ਚਾਹੀਦਾ ਹੈ। ਟੇਕ ਪਾਰਟ ਇਨ ਗੇਮਸ ਆਲਸੋ, ਜਿਹੜਾ ਹੈਗਾ ਖੇਡਾਂ ਵਿੱਚ ਵੀ ਹਿੱਸਾ ਲਿਓ। ਯੂ ਮਸਟ ਇੰਪਰੂਵ ਯੂਰ ਹੈਲਥ, ਤੁਹਾਨੂੰ ਜਿਹੜੀ ਆਪਣੀ ਸਿਹਤ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਵਨ ਕਾਂਟ ਇੰਜੋਏ ਵਨਸ ਲਾਈਫ ਵਿਦਾਊਟ ਗੁੱਡ ਹੈਲਥ, ਇਫ ਹੈਲਥ ਇਜ਼ ਲੋਸਟ ਐਵਰੀਥਿੰਗ ਇਜ਼ ਲੋਸਟ, ਬੀ ਅ ਗੁੱਡ ਬॉय, ਆਈ ਹੋਪ ਯੂ ਵਿਲ ਐਕਟ ਅਪੋਨ ਮਾਈ ਐਡਵਾਈਸ ਵਿਦ ਲਵ, ਯੂਰ ਅਫੈਕਸ਼ਨਲੀ ਪ੍ਰੀਤਮ ਸਿੰਘ। ਜਿਹੜਾ ਹੈਗਾ ਵਾ ਕੀ ਹੈ, ਚੰਗੀ ਸਿਹਤ ਤੋਂ ਬਿਨਾਂ ਕੋਈ ਆਪਣੀ ਜ਼ਿੰਦਗੀ ਦਾ ਆਨੰਦ ਨਹੀਂ ਲੈ ਸਕਦਾ ਹੈ। ਜੇ ਸਿਹਤ ਖਰਾਬ ਹੋ ਜਾਵੇ ਤਾਂ ਸਭ ਕੁਝ ਖਤਮ ਹੋ ਜਾਂਦਾ ਹੈ। ਇੱਕ ਚੰਗਾ ਮੁੰਡਾ ਬਣੋ। ਮੈਨੂੰ ਉਮੀਦ ਹੈ ਕਿ ਤੁਸੀਂ ਜਿਹੜਾ ਹੈਗਾ ਵਾ ਮੇਰੀ ਸਲਾਹ 'ਤੇ ਅਮਲ ਜ਼ਰੂਰ ਕਰੋਗੇ। ਪਿਆਰ ਦੇ ਨਾਲ ਤੁਹਾਡਾ ਪਿਆਰਾ, ਠੀਕ ਹੈ ਜੀ, ਕੌਣ ਹੈ, ਪ੍ਰੀਤਮ ਸਿੰਘ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਤੁਸੀਂ ਆ ਜਿਹੜਾ ਹੈਗਾ ਪ੍ਰਸ਼ਨ ਦਾ ਆਨਸਰ ਚੰਗੀ ਤਰ੍ਹਾਂ ਵੀ ਜਿਹੜਾ ਹੈਗਾ ਵਾ ਦੇਖ ਸਕਦੇ ਹੋ, ਇਹ ਤੁਹਾਡਾ ਪੂਰਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਆਪਣਾ ਅਗਲਾ ਤੁਹਾਡੀ ਹੈ, ਸਪੋਜ਼ ਯੂ ਆਰ ਸੂਰਬੀ, ਜਿਹੜਾ ਹੈਗਾ ਤੁਸੀਂ ਸੂਰਬੀ ਹੋ, ਯੂ ਲਿਵ ਐਟ 110 ਸਰੋਜਨੀ ਗਰਲਸ ਹੋਸਟਲ ਪੰਜਾਬ। ਤਾਂ ਦੋਸਤੋ ਮੇਨਲੀ ਤੁਹਾਡਾ ਇੱਥੋਂ ਲੈਟਰ ਸ਼ੁਰੂ ਹੁੰਦੀ ਆ, ਇਹਦੇ ਆ ਦੇਖੋ ਆਹ ਵਾਲੀ ਜਿਹੜੀ ਲਾਈਨ ਲਿਖਿਆ, ਰਾਈਟ ਅ ਲੈਟਰ ਟੂ ਯੂਰ ਮਦਰ ਟੈਲਿੰਗ ਹਰ ਅਬਾਊਟ ਆਫ ਦਾ ਲਾਈਫ ਇਨ ਯੂਰ ਹੋਸਟਲ। ਜਿਹੜਾ ਹੈਗਾ ਵਾ ਕੀ ਹੈ, ਆਪਣੇ ਮਾਂ ਨੂੰ, ਆਪਣੀ ਮੰਮੀ ਨੂੰ ਜਿਹੜਾ ਹੈਗਾ ਆਪਣੇ ਹੋਸਟਲ ਦੀ ਜ਼ਿੰਦਗੀ ਬਾਰੇ ਦੱਸਦੇ ਇੱਕ ਪੱਤਰ ਲਿਖੋ। ਤਾਂ ਚਲੋ ਦੋਸਤੋ ਲਿਖ ਲੈਂਦੇ ਹਾਂ। ਇਹਦੇ ਵਿੱਚ ਕੀ ਹੈ, ਵੈਰੀ ਈਜ਼ੀ ਦੋਸਤੋ, ਆਹੀ ਤੁਹਾਡੀ ਆ, ਠੀਕ ਹੈ ਜੀ। ਤਾਂ ਦੇਖੋ ਇਸ ਪ੍ਰਸ਼ਨ ਦਾ ਆਨਸਰ ਕਿਵੇਂ ਲਿਖਣਾ ਤੁਸੀਂ, ਆਰਮੀ ਪਬਲਿਕ ਬੋਰਡਿੰਗ ਸਕੂਲ ਦਿੱਲੀ, ਕਾਂਟ 14 ਅਪ੍ਰੈਲ 2020 ਜਾਂ ਫਿਰ 24 ਪਾ ਲਿਓ। ਮਾਈ ਡੀਅਰ ਮਦਰ, ਆਈ ਰਸੀਵਡ ਯੂਅਰ ਲੈਟਰ ਯੈਸਟਰਡੇ, ਜਿਹੜਾ ਹੈਗਾ ਵਾ ਮੈਨੂੰ ਕੱਲ ਤੁਹਾਡਾ ਪੱਤਰ ਮਿਲਿਆ। ਯੂ ਨੀਡ ਨਾਟ ਵਰੀ ਅਬਾਊਟ ਮਾਈ ਹੋਸਟਲ, ਠੀਕ ਹੈ ਜੀ, ਯਾਨੀ ਕਿ ਬਈ ਤੁਹਾਨੂੰ ਮੇਰੇ ਹੋਸਟਲ ਬਾਰੇ ਜਿਹੜਾ ਹੈਗਾ ਚਿੰਤਾ ਕਰਨ ਦੀ ਲੋੜ ਨਹੀਂ ਹੈ। ਲਾਈਫ ਇਜ਼ ਵੈਰੀ ਪੀਸਫੁਲ ਐਂਡ ਕੰਗਜੀਅਲ ਟੂ ਸਟੱਡੀ ਹੇਅਰ, ਜਿਹੜਾ ਹੈਗਾ ਵਾ ਕੀ ਆਪਣਾ ਇੱਥੇ ਜੀਵਨ ਬਹੁਤ ਹੀ ਸ਼ਾਂਤੀਪੂਰਨ ਅਤੇ ਪੜ੍ਹਾਈ ਨਾਲ ਅਨੁਕੂਲ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਆਫ ਕੋਰਸ ਦ ਸਟੂਡੈਂਟ ਹੈਵ ਮੇਨਟੇਨ ਡਿਸਿਪਲਿਨ, ਬੇਸ਼ੱਕ ਵਿਦਿਆਰਥੀਆਂ ਨੂੰ ਅਨੁਸ਼ਾਸਨ ਕਾਇਮ ਰੱਖਣਾ ਹੋਵੇਗਾ। ਦੇ ਹੈਵ ਟੂ ਟੇਕ ਦੇਅਰ ਮੀਲਸ ਔਨ ਟਾਈਮ ਐਂਡ ਈਵਨ ਗੋ ਟੂ ਬੈੱਡ ਔਨ ਟਾਈਮ, ਉਹਨਾਂ ਨੂੰ ਆਪਣੇ ਭੋਜਨ ਸਮੇਂ ਸਿਰ ਲੈਣਾ ਪੈਂਦਾ ਹੈ ਅਤੇ ਸਮੇਂ ਸਿਰ ਸੋਣਾ ਵੀ ਪੈਂਦਾ ਹੈ। ਅਤੇ ਉਸ ਤੋਂ ਬਾਅਦ ਇਨ ਦਾ ਬਿਗਨਿੰਗ, ਯਾਨੀ ਕਿ ਸ਼ੁਰੂ ਵਿੱਚ ਇਹ ਪਰੇਸ਼ਾਨੀ ਵਾਲੀ ਲੱਗਦੀ ਸੀ, ਯਾਨੀ ਕਿ ਇਟ ਡਿਡ ਟੂ ਟੇਕ ਸਮ ਬਟ ਨਾਓ ਆਈ ਐਮ ਹਾਂਜੀ ਕੀ ਲਿਖਿਆ ਦੋਸਤੋ ਆਪਣਾ, ਅਕਸਟਮਡ to these things, what is more I have begun to like these things, ਜਿਹੜਾ ਹੈਗਾ ਵਾ ਕੀ ਹੈ, ਇਹ ਮੈਨੂੰ ਸ਼ੁਰੂ ਵਿੱਚ ਪਰੇਸ਼ਾਨੀ ਲੱਗਦੀ ਸੀ ਪਰ ਹੁਣ ਮੈਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਹੈਗੀ ਆਦਤ ਹੋ ਗਈ ਹੈ, ਹੋਰ ਕੀ ਮੈਨੂੰ ਇਹ ਚੀਜ਼ਾਂ ਪਸੰਦ ਆਉਣ ਲੱਗ ਪਈਆਂ ਹਨ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੈ ਮਾਈ ਸਟੱਡੀਜ਼ ਆਰ ਗੋਇੰਗ ਵੈਲ, ਮੇਰੀ ਪੜ੍ਹਾਈ ਜਿਹੜੀ ਹੈਗੀ ਚੰਗੀ ਚੱਲ ਰਹੀ ਹੈ। ਥੈਂਕ ਗੋਡ ਆਈ ਹੈਵ ਅ ਗੈਟ ਰੂਮਮੇਟ ਹੂ ਇਜ਼ ਵੈਰੀ ਇੰਟੈਲੀਜੈਂਟ ਐਂਡ ਹਾਰਡ ਵਰਕਿੰਗ, ਰੱਬ ਦਾ ਸ਼ੁਕਰ ਹੈ ਕਿ ਮੈਨੂੰ ਇੱਕ ਰੂਮਮੇਟ ਮਿਲਿਆ ਹੈ ਜੋ ਬਹੁਤ ਹੀ ਸਮਝਦਾਰ ਅਤੇ ਮਿਹਨਤੀ ਹੈ। ਉਸ ਤੋਂ ਬਾਅਦ ਸੋ ਵੀ ਗੈਟ ਟੂਗੈਦਰ ਆਰ ਡੂਇੰਗ ਵੈਰੀ ਵੈਲ, ਆਈ ਹੈਵ ਅ ਗੁੱਡ ਰਿਲੇਸ਼ਨ ਵਿਦ ਅਦਰ ਇਨਮੇਟਸ ਆਫ ਦਾ ਹੋਸਟਲ ਐਜ਼ ਵੈਲ, ਦਾ ਫੂਡ ਇਜ਼ ਹੈਲਥਫੁੱਲ ਇਫ ਨਾਟ ਵੈਰੀ ਟੇਸਟੀ, ਦਾ ਟੀਚਰ ਆਰ ਲਰਨ ਐਂਡ ਡੈਡੀਕੇਟਡ ਟੂ ਲਰਨਿੰਗ, ਠੀਕ ਹੈ ਜੀ। ਯਾਨੀ ਕਿ ਕੀ ਹੈ ਬਾਈ, ਇਸ ਲਈ ਜਿਹੜਾ ਹੈਗਾ ਵਾ ਕੀ ਹੈ, ਮੈਨੂੰ ਮਤਲਬ ਬਹੁਤ ਹੀ ਵਧੀਆ ਕੰਮ ਕਰ ਰਹੇ ਹਾਂ ਅਸੀਂ ਮਿਲ ਕੇ, ਜਿਹੜੇ ਮੈਂ ਅਤੇ ਮੇਰਾ ਦੋਸਤ ਜਿਹੜਾ ਮੇਰਾ ਰੂਮਮੇਟ ਆ,
ਤੇ ਮੇਰੇ ਹੋਰ ਜਿਹੜੇ ਹੈਗੇ ਆ ਜਿਹੜੇ ਕਲਾਸਮੇਟ ਨੇ ਉਹਨਾਂ ਨਾਲ ਮੇਰੇ ਜਿਹੜੇ ਹੈਗੇ ਚੰਗੇ ਸੰਬੰਧ ਹਨ। ਹੋਸਟਲ ਦੇ ਵੀ ਭੋਜਨ ਜੇਕਰ ਬਹੁਤ ਹੀ ਸਵਾਦ ਨਹੀਂ ਹੈ ਤਾਂ ਸਿਹਤਮੰਦ ਹੈ। ਠੀਕ ਹੈ ਜੀ। ਅਧਿਆਪਕ ਜਿਹੜੇ ਹੈਗਾ ਵਾ ਸਿਖਾਉਣ ਲਈ ਦੋਸਤੋ ਕੀ ਆਪਣਾ ਲਰਨਿੰਗ ਦੇ ਵਿੱਚ ਜਿਹੜੇ ਹੈਗਾ ਬਹੁਤ ਹੀ ਵਧੀਆ ਹਨ। ਠੀਕ ਹੈ ਜੀ। ਤਾਂ ਕੀ ਹੈ ਇੱਥੇ ਆ ਕੇ ਦੋਸਤੋ ਕੀ ਹੈ ਆਈ ਐਮ ਵੈਰੀ ਹੈਪੀ, ਇੱਥੇ ਆ ਕੇ ਮੈਂ ਬਹੁਤ ਹੀ ਖੁਸ਼ ਹਾਂ। ਠੀਕ ਹੈ ਜੀ। ਤੇ ਇਨ ਦਾ ਬਰੀਫ ਯਾਨੀ ਕਿ ਸੰਖੇਪ ਦੇ ਵਿੱਚ ਮੈਂ ਦੱਸਾਂ ਤਾਂ ਇੱਥੇ ਆ ਕੇ ਮੈਂ ਖੁਸ਼ ਹਾਂ। ਯੂਰ ਅਫੈਕਸ਼ਨੇਟਲੀ ਯਾਨੀ ਕਿ ਤੁਹਾਡਾ ਜਿਹੜਾ ਹੈਗਾ ਪਿਆਰ ਨਾਲ ਵਿਸ਼ਾਲ। ਤਾਂ ਇਹ ਤੁਹਾਡਾ ਜਿਹੜਾ ਹੈਗਾ ਪ੍ਰਸ਼ਨ ਦਾ ਆਨਸਰ ਹੋ ਜਾਏਗਾ ਫੁੱਲ ਫਲੈਜ। ਇਹ ਦੋਸਤੋ ਤੁਹਾਡਾ ਆਨਸਰ ਹੈ। ਉਸ ਤੋਂ ਬਾਅਦ ਹੁਣ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਇੱਥੇ ਟਰਾਂਸਲੇਸ਼ਨ ਆ ਇੰਗਲਿਸ਼ ਟੂ ਪੰਜਾਬੀ ਯੂ ਡੋਂਟ ਲਾਈਕ ਮੀ। ਤਾਂ ਜਿਹੜਾ ਹੈਗਾ ਇਸ ਨੂੰ ਆਪਾਂ ਪੰਜਾਬੀ ਦੇ ਵਿੱਚ ਕਿਸੇ ਲਿਖਾਂਗੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ। ਅਗਲਾ ਆਪਣਾ ਹੈਗਾ ਵਿਲ ਨਾਟ ਬੀ ਰੇਨਿੰਗ ਦੇਅਰ ਟਮੋਰੋ। ਇਸ ਨੂੰ ਆਪਾਂ ਲਿਖਾਂਗੇ ਕਿਸ ਤਰ੍ਹਾਂ ਕਿ ਕੱਲ੍ਹ ਉੱਥੇ ਮੀਂਹ ਨਹੀਂ ਪਵੇਗਾ। ਤਾਂ ਅਗਲਾ ਹੈ ਆਪਣਾ ਦੋਸਤੋ ਓਬੇ ਯੂਅਰ ਐਲਡਰਸ। ਤਾਂ ਇਸ ਨੂੰ ਆਪਾਂ ਕਿਵੇਂ ਲਿਖਾਂਗੇ ਆਪਣੇ ਬਜ਼ੁਰਗਾਂ ਦਾ ਕਹਿਣਾ ਮੰਨੋ। ਉਸ ਤੋਂ ਬਾਅਦ ਦੋਸਤੋ ਹੁਣ ਪੰਜਾਬੀ ਦੇ ਵਿੱਚ ਦਿੱਤਾ ਵਾ ਇੰਗਲਿਸ਼ ਦੇ ਵਿੱਚ ਬਦਲਣਾ ਵਾ ਇਮਾਨਦਾਰੀ ਸਭ ਤੋਂ ਜਿਹੜੀ ਹੈਗੀ ਆ ਉੱਤਮ ਨੀਤੀ ਹੈ। ਤਾਂ ਇਸ ਨੂੰ ਆਪਾਂ ਲਿਖਾਂਗੇ ਹੋਨੈਸਟੀ ਇਜ਼ ਦਾ ਬੈਸਟ ਪੋਲਿਸੀ। ਉਸ ਤੋਂ ਬਾਅਦ ਹੈ ਆਪਣਾ ਕੀ ਮੁੱਖ ਮੰਤਰੀ ਨੇ ਝੰਡਾ ਲਹਿਰਾਇਆ। ਤਾਂ ਇਸ ਨੂੰ ਲਿਖਾਂਗੇ ਆਪਾਂ ਡਿਡ ਦਾ ਚੀਫ ਮਿਨਿਸਟਰ ਹੋਸਟ ਦਾ ਫਲੈਗ। ਉਸ ਤੋਂ ਬਾਅਦ ਹੈ ਆਪਣਾ ਗਰੀਬ ਦਾ ਮਜ਼ਾਕ ਨਾ ਉਡਾਓ। ਤਾਂ ਇਸ ਨੂੰ ਆਪਾਂ ਕਿਸ ਪ੍ਰਕਾਰ ਲਿਖਾਂਗੇ ਇਸ ਨੂੰ ਲਿਖਾਂਗੇ ਆਪਾਂ ਡੋਂਟ ਮੇਕ ਫਨ ਆਫ ਦਾ ਪੂਅਰ। ਉਸ ਤੋਂ ਬਾਅਦ ਦੋਸਤੋ ਤੁਹਾਡੀ ਆਹ ਜਿਹੜੀ ਡੂ ਐਸ ਡਾਇਰੈਕਟਡ ਨੇ ਤਾਂ ਆਈ ਵਾਜ਼ ਡੈਜ਼ ਪਲੀਜ਼ੈਂਟ ਡੇ। ਤਾਂ ਇਸ ਨੂੰ ਫਿਲਿੰਗ ਦਾ ਬਲੈਂਕ ਵਿਦ ਅਪਰੋਪਰੀਏਟ ਆਰਟੀਕਲ ਦੇ ਨਾਲ ਭਰਨਾ ਵਾ। ਤਾਂ ਇਸ ਨੂੰ ਆਪਾਂ ਕਿਸ ਤਰ੍ਹਾਂ ਲਿਖਾਂਗੇ ਇਟ ਵਾਜ਼ ਆ ਪਲੀਜ਼ੈਂਟ ਡੇ। ਤਾਂ ਇੱਥੇ ਇਹ ਆ ਜਾਏਗਾ ਇਟ ਵਾਜ਼ ਆ ਪਲੀਜ਼ੈਂਟ ਡੇ ਜਿਹੜਾ ਹੈਗਾ ਵਾ ਕੀ ਆਪਣਾ ਦੋਸਤੋ ਇੱਥੇ ਇਟ ਵਾਜ਼ ਆ ਪਲੀਜ਼ੈਂਟ ਡੇ ਯਾਨੀ ਕਿ ਇੱਕ ਇਹ ਜਿਹੜਾ ਹੈਗਾ ਇਹ ਇੱਕ ਸੁਹਾਵਣਾ ਦਿਨ ਸੀ। ਉਸ ਤੋਂ ਬਾਅਦ ਹੈ ਆਪਣਾ ਦੇਅਰ ਆਰ ਡੈਸ਼ ਐਨੀਮਲ ਇਨ ਦਾ ਜੂ। ਤਾਂ ਇੱਥੇ ਜਿਹੜਾ ਹੈਗਾ ਆ ਜਾਏਗਾ ਦੇਅਰ ਆਰ ਮੈਨੀ ਐਨੀਮਲਸ ਇਨ ਦਾ ਜੂ। ਚਿੜੀਆ ਘਰ ਵਿੱਚ ਬਹੁਤ ਸਾਰੇ ਜਾਨਵਰ ਹਨ। ਉਸ ਤੋਂ ਬਾਅਦ ਹੈ ਆਪਣਾ ਸ਼ੀ ਡੈਸ਼ ਰੀਡ ਐਂਡ ਰਾਈਟ ਇੰਗਲਿਸ਼ ਵੈਲ। ਤਾਂ ਇੱਥੇ ਜਿਹੜਾ ਹੈਗਾ ਆ ਜਾਏਗਾ ਸ਼ੀ ਕੈਨ ਰੀਡ ਐਂਡ ਰਾਈਟ ਇੰਗਲਿਸ਼ ਵੈਲ। ਉਹ ਅੰਗਰੇਜ਼ੀ ਚੰਗੀ ਤਰ੍ਹਾਂ ਪੜ੍ਹ ਅਤੇ ਲਿਖ ਸਕਦੀ ਹੈ। ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ ਕਿ ਦਾ ਕੈਟ ਵਾਜ਼ ਸਿਟਿੰਗ ਡੈਸ਼ ਦਾ ਟੇਬਲ। ਤਾਂ ਚੌਥੇ ਪ੍ਰਸ਼ਨ ਦਾ ਆਨਸਰ ਆ ਜਾਏਗਾ ਆਪਣਾ ਦਾ ਕੈਟ ਵਾਜ਼ ਸਿਟਿੰਗ ਔਨ ਦਾ ਟੇਬਲ। ਠੀਕ ਹੈ। ਜਿਹੜੀ ਬਿੱਲੀ ਆ ਉਹ ਮੇਜ਼ 'ਤੇ ਬੈਠੀ ਸੀ। ਪੰਜਵਾਂ ਪ੍ਰਸ਼ਨ ਹੈ ਆਪਣਾ ਯੂਜ਼ ਦਾ ਆਨਸਰ ਬੋਥ ਐਜ਼ ਵਰਬ ਐਂਡ ਨਾਊਨ। ਠੀਕ ਹੈ ਜੀ। ਆਨਸਰ ਨੂੰ ਜਿਹੜਾ ਹੈਗਾ ਤੁਸੀਂ ਕੀ ਆਪਣਾ ਇਹ ਕਰਨਾ ਵਾ ਬਈ ਜਿਹੜਾ ਤੁਹਾਡਾ ਇਹ ਦਿੱਤਾ ਨਹੀਂ ਹੋਇਆ ਸ਼ਬਦ। ਠੀਕ ਹੈ ਜੀ ਆਨਸਰ। ਤਾਂ ਕੀ ਹੈ ਇਸ ਨੂੰ ਇਹ ਇੱਕ ਕਿਰਿਆ ਅਤੇ ਇੱਕ ਨਾਮ ਦੇ ਤੌਰ 'ਤੇ ਦੋਸਤੋ ਆਹ ਜਿਹੜਾ ਆਨਸਰ ਆ ਯਾਨੀ ਕਿ ਉੱਤਰ ਤਾਂ ਇਹਦੀ ਵਰਤੋਂ ਕਰਕੇ ਜਿਹੜਾ ਹੈਗਾ ਵਰਬ ਅਤੇ ਨਾਊਨ ਨੂੰ ਬਣਾਓ। ਤਾਂ ਦੋਸਤੋ ਚਲੋ ਦੇਖੋ ਸਭ ਤੋਂ ਪਹਿਲਾਂ ਵਰਬ ਤੁਹਾਡਾ ਆਨਸਰ ਦਾ ਕੀ ਆ ਜਾਏਗਾ ਹਾਂਜੀ ਵਰਬ ਕੀ ਹੈ ਆਨਸਰ ਦਾ ਕੁਐਸਚਨ। ਨਾਊਨ ਕੀ ਹੈ ਦੋਸਤੋ ਗਿਵ ਮੀ ਆਨਸਰ ਜਿਹੜਾ ਹੈਗਾ ਵਾ ਸਵਾਲ ਦਾ ਜਵਾਬ ਦਿਓ ਅਤੇ ਮੈਨੂੰ ਇੱਕ ਜਵਾਬ ਦਿਓ। ਉਸ ਤੋਂ ਬਾਅਦ ਦੋਸਤੋ ਆਪਣਾ ਇਹ ਤੁਹਾਡਾ ਹੋ ਗਿਆ। ਉਸ ਤੋਂ ਬਾਅਦ ਹੈ ਛੇਵਾਂ ਹੀ ਇਜ਼ ਟੂ ਸਲੋ ਟੂ ਰਨ ਰਿਮੂਵ ਟੂ ਰੀਰਾਈਟ ਦਾ ਸੈਂਟੈਂਸ। ਇਹਦਾ ਆਨਸਰ ਆ ਜਾਏਗਾ ਦੋਸਤੋ ਆਪਣਾ ਹੀ ਇਜ਼ ਸਲੋ ਇਨੋ ਟੂ ਰਨ ਜਿਹੜਾ ਹੈਗਾ ਉਹ ਦੌੜਨ ਲਈ ਕਾਫੀ ਹੌਲੀ ਹੈ। ਉਸ ਤੋਂ ਬਾਅਦ ਆਪਣਾ ਅਗਲਾ ਹੈ ਆਪਣਾ ਮਨੀ ਇਜ਼ ਸੋ ਪ੍ਰਾਊਡ ਦੈਟ ਹੀ ਕੈਨ ਨੋਟ ਬੈਗ। ਜਿਹੜਾ ਹੈਗਾ ਵਾ ਕੀ ਹੈ ਮਨੀ ਇੰਨਾ ਘਮੰਡੀ ਹੈ ਕਿ ਉਹ ਭੀਖ ਨਹੀਂ ਮੰਗ ਸਕਦਾ। ਠੀਕ ਹੈ ਜੀ। ਤਾਂ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਵਾ ਕੀ ਆ ਜਾਏਗਾ ਸੱਤਵੇਂ ਪ੍ਰਸ਼ਨ ਦਾ ਮਨੀ ਇਜ਼ ਟੂ ਪ੍ਰਾਊਡ ਟੂ ਬੈਗ। ਠੀਕ ਹੈ ਜੀ। ਯਾਨੀ ਕਿ ਮਨੀ ਭੀਖ ਮੰਗਣ ਵਿੱਚ ਬਹੁਤ ਮਾਣ ਮਹਿਸੂਸ ਕਰਦਾ ਹੈ। ਉਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਕੀ ਹੈ ਮਾਈ ਮਦਰ ਡੈਸ਼ ਕੁੱਕ ਫੂਡ ਇਨ ਦਾ ਕਿਚਨ। ਤਾਂ ਇੱਥੇ ਜਿਹੜਾ ਹੈਗਾ ਵਾ ਕੀ ਆ ਜਾਏਗਾ ਅੱਠਵੇਂ ਪ੍ਰਸ਼ਨ ਦਾ ਆਨਸਰ ਇੱਥੇ ਆ ਜਾਏਗਾ ਮਾਈ ਮਦਰ ਇਜ਼ ਕੁਕਿੰਗ ਫੂਡ ਇਨ ਦਾ ਕਿਚਨ। ਮੇਰੀ ਮਾਂ ਰਸੋਈ ਵਿੱਚ ਖਾਣਾ ਬਣਾ ਰਹੀ ਹੈ। ਉਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਕੀ ਹੈ ਇੱਥੇ ਦੇ ਵਿਲ ਹੈਲਪ ਮੀ ਚੇਂਜ ਦਾ ਵੋਇਸ। ਠੀਕ ਹੈ ਜੀ। ਉਹ ਮੇਰੀ ਮਦਦ ਕਰਨਗੇ। ਤਾਂ ਇਸ ਨੂੰ ਜਿਹੜਾ ਹੈਗਾ ਵਾ ਵੋਇਸ ਦੇ ਵਿੱਚ ਬਦਲਣਾ ਵਾ। ਤਾਂ ਦੋਸਤੋ ਚਲੋ ਦੇਖੋ ਇਸ ਨੂੰ ਆਪਾਂ ਲਿਖਾਂਗੇ ਦੋਸਤੋ ਆਈ ਵਿਲ ਹੈਲਪਡ ਬਾਏ ਦੈਮ। ਮੇਰੀ ਜਿਹੜੀ ਹੈਗੀ ਆ ਉਹਨਾਂ ਦੁਆਰਾ ਮਦਦ ਕੀਤੀ ਜਾਵੇਗੀ। ਉਸ ਤੋਂ ਬਾਅਦ ਹੈ ਆਪਣਾ 10ਵਾਂ ਪ੍ਰਸ਼ਨ ਹੀ ਨੋਜ਼ ਮੀ। ਉਸਨੇ ਮੈਨੂੰ ਜਿਹੜਾ ਉਹ ਮੈਨੂੰ ਜਾਣਦਾ ਹੈ। ਠੀਕ ਹੈ। ਤਾਂ ਇਸ ਨੂੰ ਆਪਾਂ ਲਿਖਾਂਗੇ ਆਪਾਂ ਆਈ ਐਮ ਨੋਨ ਬਾਏ ਹਿਮ। ਉਹ ਮੈਂ ਉਸ ਦੁਆਰਾ ਜਾਣਿਆ ਜਾਂਦਾ ਹਾਂ। ਉਸ ਤੋਂ ਬਾਅਦ ਆਪਣਾ ਦੇਖੋ ਪ੍ਰਸ਼ਨ ਕੀ ਹੈ ਹੀ ਸੈਡ ਟੂ ਮੀ ਥੈਂਕ ਯੂ। ਠੀਕ ਹੈ ਜੀ। ਹੀ ਸੈਡ ਟੂ ਮੀ ਥੈਂਕ ਯੂ ਚੇਂਜ ਦਾ ਨਰੇਸ਼ਨ ਆ ਉਸਨੇ ਮੈਨੂੰ ਕਿਹਾ ਤੁਹਾਡਾ ਧੰਨਵਾਦ ਜਿਹੜਾ ਹੈਗਾ ਨਰੇਸ਼ਨ ਦੇ ਵਿੱਚ ਬਦਲੋ। ਤਾਂ ਇਸ ਨੂੰ ਲਿਖਾਂਗੇ ਹੀ ਥੈਂਕਡ ਮੀ ਉਸਨੇ ਮੇਰਾ ਧੰਨਵਾਦ ਕੀਤਾ। ਉਸ ਤੋਂ ਬਾਅਦ ਹੈ ਆਪਣਾ ਮੋਹਨ ਸੇਜ਼ ਆਈ ਐਮ ਨਾਟ ਵੈਲ। ਮੋਹਨ ਕਹਿੰਦਾ ਮੈਂ ਠੀਕ ਨਹੀਂ ਹਾਂ। ਤਾਂ ਇਸ ਨੂੰ ਆਪਾਂ ਕਿਸ ਪ੍ਰਕਾਰ ਲਿਖਾਂਗੇ ਮੋਹਨ ਸੇਜ਼ ਦੈਟ ਹੀ ਇਜ਼ ਨਾਟ ਵੈਲ। ਮੋਹਨ ਕਹਿੰਦਾ ਹੈ ਕਿ ਉਹ ਠੀਕ ਨਹੀਂ ਹੈ। ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ। ਉਸ ਤੋਂ ਬਾਅਦ ਦੋਸਤੋ ਸੈਕਸ਼ਨ ਸੀ ਆ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਇਹਦੇ ਵਿੱਚ ਹਾਊ ਮੱਚ ਜਿਹੜਾ ਹੈਗਾ ਵਾ ਆਪਣਾ ਮਨੀ ਡਿਡ ਸੁਧਾ ਕਲੈਕਟ ਫਰੋਮ ਐਵਰੀਵਨ ਹੂ ਵਾਂਟ
ਵਾਂਟ ਆ ਸਾੜੀ ਜਿਹੜਾ ਹੈਗਾ ਵਾ ਕੀ ਇਹਦੇ ਵਿੱਚ ਕਿਹਾ ਗਿਆ ਵਾ ਕਿ ਸੁਧਾ ਨੇ ਸਾੜੀ ਲੈਣ ਵਾਲੇ ਹਰ ਵਿਅਕਤੀ ਨੂੰ ਕਿੰਨੇ ਪੈਸੇ ਇਕੱਠੇ ਕੀਤੇ। ਤਾਂ ਦੋਸਤੋ ਇਸ ਦਾ ਆਨਸਰ ਆ ਜਾਏਗਾ RS 30 ਰੁਪਏ 30। ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ, ਵਟ ਐਨ ਅਮੇਜ਼ਿੰਗ ਮਾਡਲ ਹੂ ਸੈਡ ਦਿਸ ਵਰਡ, ਕੀ ਇੱਕ ਸ਼ਾਨਦਾਰ ਮਾਡਲ ਹੈ, ਕੀ ਇੱਕ ਇਹ ਸ਼ਾਨਦਾਰ ਮਾਡਲ ਇਹ ਸ਼ਬਦ ਕਿਸ ਨੇ ਕਹੇ। ਤਾਂ ਇਹ ਦੋਸਤੋ ਜਿਹੜਾ ਹੈਗਾ ਆਪਣਾ ਹਿਊਗੀ ਨੇ ਇਹ ਸ਼ਬਦ ਕਹੇ। ਵਿਚ ਪ੍ਰੋਫੈਸ਼ਨ ਡਿਡ ਰਹੀਮ ਖਾਨ ਵਾਂਟ ਟੂ ਜੁਆਇਨ ਇਨ ਹਿਜ਼ ਯੂਥ, ਜਿਹੜਾ ਹੈਗਾ ਵਾ ਰਹੀਮ ਖਾਨ ਆਪਣੀ ਜਵਾਨੀ ਵਿੱਚ ਕਿਸ ਪੇਸ਼ੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਸੀ। ਤਾਂ ਇਸ ਦਾ ਆਨਸਰ ਹੈਗਾ ਟੂਰਿਜ਼ਮ ਸਰਕਸ ਦਾ ਵਿੱਚ। ਠੀਕ ਹੈ ਜੀ। ਅੱਗੇ ਕਲਮ ਹਾਂਜੀ ਆਪਣਾ ਕੀ ਲਿਖਿਆ ਦੋਸਤੋ, ਕਲਾਮ ਦਾ ਜਿਹੜਾ ਹੈਗਾ ਵਾ ਦੋਸਤੋ ਫਸਟ ਵਿਜ਼ਨ ਫॉर ਇੰਡੀਆ ਇਜ਼। ਤਾਂ ਇਹਦਾ ਆਨਸਰ ਦੋਸਤੋ ਕੀ ਆ ਜਾਏਗਾ ਫਰੀडम ਯਾਨੀ ਕਿ ਆਜ਼ਾਦੀ। ਜਿਹੜਾ ਹੈਗਾ ਵਾ ਦੋਸਤੋ ਕਲਾਮ ਲਈ ਜਿਹੜਾ ਹੈਗਾ ਦੋਸਤੋ ਪਹਿਲਾ ਦ੍ਰਿਸ਼ਟੀਕੋਣ ਕੀ ਸੀ। ਤਾਂ ਦੋਸਤੋ ਆਜ਼ਾਦੀ। ਅੱਗੇ ਪੰਜਵਾਂ ਪ੍ਰਸ਼ਨ, ਕੈਪਟਨ ਵਿਕਰਮ ਬਾਟਰਾ ਵਾਜ਼ ਨਿਕਡ ਨੇਮ ਐਜ਼ ਸ਼ੇਰਸ਼ਾਹ। ਬਈ ਜਿਹੜਾ ਹੈਗਾ ਵਾ ਕੈਪਟਨ ਵਿਕਰਮ ਬਾਤਰਾ ਦਾ ਉਪਨਾਮ ਜਿਹੜਾ ਹੈਗਾ ਵਾ ਸ਼ੇਰਸ਼ਾਹ ਸੀ। ਤਾਂ ਬਿਲਕੁਲ ਦੋਸਤੋ ਸਹੀ ਹੈ ਇਹ। ਦ ਐਸਟਰੋਲੋਜਰ ਲੈਫਟ ਹਿਜ਼ ਵਿਲੇਜ ਵਿਦ ਦਾ ਪਲਾਨ ਟੂ ਅਰਨ ਮਨੀ ਇਨ ਦਾ ਸਿਟੀ। ਜਿਹੜਾ ਹੈਗਾ ਵਾ ਦੋਸਤੋ ਕੀ ਹੈ ਆਪਣਾ ਇੱਥੇ ਪੁੱਛਿਆ, ਦ ਐਸਟਰੋਲੋਜਰ ਲੈਫਟ ਹਿਜ਼ ਵਿਲੇਜ ਇਨ ਦਾ। ਬਈ ਜਿਹੜਾ ਹੈਗਾ ਵਾ ਜੋਸ਼ੀ ਨੇ ਸ਼ਹਿਰ ਵਿੱਚ ਪੈਸੇ ਕਮਾਉਣ ਦੀ ਯੋਜਨਾ ਬਣਾ ਕੇ ਆਪਣਾ ਪਿੰਡ ਛੱਡ ਦਿੱਤਾ ਸੀ। ਤਾਂ ਇਹ ਦੋਸਤੋ ਤੁਹਾਡਾ ਫਾਲਸ ਹੈ। ਅੱਗੇ ਆਪਣਾ ਦੋਸਤੋ ਡੈਸ਼ ਇਜ਼ ਕੰਸੀਡਰਡ ਐਜ਼ ਰਿਸਟ੍ਰੈਂਟ ਇਨ ਲਿਬਰਟੀ। ਤਾਂ ਦੋਸਤੋ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਵਾ ਇੱਥੇ ਅਸੀਂ ਲੱਭਿਆ ਹੋਇਆ। ਤਾਂ ਇਹਦਾ ਆਨਸਰ ਆ ਜਾਏਗਾ ਡਿਸਿਪਲਿਨ ਇਜ਼ ਕੰਸੀਡਰਡ ਐਜ਼ ਰਿਸਟ੍ਰੇਂਟ ਔਨ ਦਾ ਲਿਬਰਟੀ। ਯਾਨੀ ਕਿ ਦੋਸਤੋ ਕੀ ਹੈ ਜਿਹੜਾ ਡਿਸਿਪਲਿਨ ਆ, ਯਾਨੀ ਕਿ ਡਿਸਿਪਲਿਨ ਕੀ ਹੁੰਦਾ ਦੋਸਤੋ ਜਿਹੜਾ ਹੈਗਾ ਵਾ ਅਨੁਸ਼ਾਸਨ, ਆਜ਼ਾਦੀ ਤੇ ਸੰਜਮ ਮੰਨਿਆ ਜਾਂਦਾ ਹੈ। ਠੀਕ ਹੈ ਜੀ। ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਜਾਏਗਾ ਆਜ਼ਾਦੀ, ਜਿਹੜਾ ਅਨੁਸ਼ਾਸਨ ਯਾਨੀ ਕਿ ਡਿਸਿਪਲਿਨ। ਤਾਂ ਉਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਕੀ ਹੈ, ਸਮਝੂ ਸਾਹੂ ਬਾਊਟ ਐਨ ਜਿਹੜਾ ਹੈਗਾ ਵਾ ਡੈਸ਼ ਫਰੋਮ ਅਲਗੂ ਚੌਧਰੀ। ਸਮਝੂ ਸਾਹੂ ਨੇ ਅਲਗੂ ਚੌਧਰੀ ਡੈਸ਼ ਚੌਧਰੀ ਤੋਂ ਖਰੀਦਿਆ। ਠੀਕ ਹੈ ਜੀ। ਅਲਗੂ ਚੌਧਰੀ ਤੋਂ ਜਿਹੜਾ ਹੈਗਾ ਵਾ ਹਾਂਜੀ ਅਲਗੂ ਡੈਸ਼ ਤੋਂ ਜਿਹੜਾ ਹੈਗਾ ਵਾ ਚੌਧਰੀ ਤੋਂ ਖਰੀਦਿਆ। ਤਾਂ ਇੱਥੇ ਕੀ ਆਏਗਾ ਦੋਸਤੋ ਇਸ ਪ੍ਰਸ਼ਨ ਦੇ ਵਿੱਚ ਜਿਹੜਾ ਹੈਗਾ ਆਨਸਰ ਆ ਜਾਏਗਾ ਤੁਹਾਡਾ ਇੱਥੇ ਸਮਝੂ ਸਾਹੂ ਹੈਡ ਬਾਊਟ ਐਨ ਔਕਸ ਫਰੋਮ ਅਲਗੂ ਚੌਧਰੀ। ਜਿਹੜਾ ਹੈਗਾ ਦੋਸਤੋ ਕੀ ਆਪਣਾ ਇਹਦੇ ਵਿੱਚ ਕਿ ਜਿਹੜਾ ਹੈਗਾ ਵਾ ਦੋਸਤੋ ਆ ਸੀਗਾ ਨਾ ਤੁਹਾਡਾ ਸਮਝੂ ਸਾਹੂ ਹੈਡ ਬਾਊਟ, ਇਸ ਨੇ ਜਿਹੜਾ ਹੈਗਾ ਵਾ ਖਰੀਦਿਆ ਕੀ ਔਕਸ। ਔਕਸ ਕੀ ਹੁੰਦੀ ਆ ਬਲਦ, ਜਿਹੜਾ ਹੈਗਾ ਵਾ ਕਿਹਦੇ ਕੋਲੋਂ ਅਲਗੂ ਚੌਧਰੀ ਕੋਲੋਂ। ਠੀਕ ਹੈ ਜੀ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਇੱਥੇ, ਇਨ ਦਾ ਮੈਟਰ ਆਫ ਵਾਟਰ ਵਿਚ ਆਰ ਦਾ ਮੋਸਟ ਵਰਸਟ ਅਫੈਕਟਡ ਡਿਸਟ੍ਰਿਕਟ ਆਫ ਪੰਜਾਬ। ਪਾਣੀ ਦੇ ਮਾਮਲੇ ਵਿੱਚ ਪੰਜਾਬ ਦੇ ਕਿਹੜੇ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹਨ। ਤਾਂ ਇਸ ਦਾ ਆਨਸਰ ਜਿਹੜਾ ਹੈਗਾ ਆ ਜਾਏਗਾ ਸੰਗਰੂਰ ਐਂਡ ਮੋਗਾ। ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ, ਇਨ ਹਾਊ ਓਲਡ ਵਾਜ਼ ਤੈਂਬੂ। ਠੀਕ ਹੈ ਜੀ। ਯਾਨੀ ਕਿ ਤੈਂਬੂ ਕਿੰਨੀ ਉਮਰ ਦਾ ਸੀ। ਤਾਂ ਇਸ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਕੀ ਆ ਜਾਏਗਾ, ਹੀ ਵਾਜ਼ 12 ਈਅਰ ਓਲਡ। ਠੀਕ ਹੈ ਜੀ। ਯਾਨੀ ਕਿ ਉਹ ਜਿਹੜਾ ਹੈਗਾ 12 ਸਾਲਾਂ ਦਾ ਸੀ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਕੀ ਹੈ ਇੱਥੇ ਦੇਖੋ, ਹਾਂਜੀ ਇਹ ਹੋ ਗਿਆ। ਹੁਣ ਹੈ ਆਨਸਰ ਦਾ ਕੁਐਸਚਨ ਸਟੈਂਜਾ ਵਾ ਤੁਹਾਡੀ। ਤਾਂ ਇਹ ਸਟੈਂਜਾ ਨੂੰ ਤੁਸੀਂ ਰੀਡ ਆਊਟ ਕਰ ਸਕਦੇ ਹੋ। ਠੀਕ ਹੈ ਜੀ। ਇਹਦੇ ਵਿੱਚ ਤਾਂ ਇਹਦੇ ਵਿੱਚ ਹੁਣ ਦੇਖੋ ਆਹ ਜਿਹੜਾ ਤੁਹਾਡਾ ਸਟੈਂਜਾ ਦਿੱਤੀ ਹੋਈ ਹੈ ਇਹਦੇ ਵਿੱਚ ਕੀ ਲਿਖਿਆ ਹੋਇਆ ਵਾ, ਟੂ ਹਰ ਫੇਅਰ ਵਰਕਸ ਡਿਡ ਨੇਚਰ ਲਿੰਕ ਦਾ ਹਿਊਮਨ ਸਾਊਥ ਸੋਲ ਦੈਟ ਹਾਂ ਕੀ ਲਿਖਿਆ ਦੋਸਤੋ, ਥਰੂ ਮੀ ਰੇਨ ਐਂਡ ਮਚ ਇਫ ਗਰੀਵਡ ਮਾਈ ਹਾਰਟ ਟੂ ਥਿੰਕ ਵਟ ਮੈਨ ਹੈਜ਼ ਮੇਡ ਆਫ ਮੈਨ। ਠੀਕ ਹੈ। ਉਸ ਦੇ ਨਿਰਪੱਖ ਕੰਮਾਂ ਨਾਲ ਕੁਦਰਤ ਨੇ ਮਨੁੱਖੀ ਆਤਮਾ ਨੂੰ ਜੋੜਿਆ ਅਤੇ ਮੇਰੇ ਦੁਆਰਾ ਦੌੜਿਆ ਅਤੇ ਇਹ ਸੋਚ ਮੇਰੇ ਦਿਲ ਨੂੰ ਬਹੁਤ ਹੀ ਦੁੱਖ ਹੋਇਆ ਕਿ ਮਨੁੱਖ ਨੇ ਮਨੁੱਖ ਤੋਂ ਕੀ ਬਣਾਇਆ ਹੈ। ਤਾਂ ਦੇਖੋ ਕੀ ਹੈ, ਗਿਵ ਦਾ ਨੇਮ ਆਫ ਦਾ ਪੋਇਟ ਐਂਡ ਦਾ ਪੋਇਟ, ਯਾਨੀ ਕਿ ਜਿਹੜਾ ਹੈਗਾ ਵਾ ਕਵਿਤਾ ਅਤੇ ਕਵੀ ਦਾ ਨਾਮ ਦੱਸੋ। ਤਾਂ ਦੋਸਤੋ ਇਹ ਵਾਲਾ ਅਸੀਂ ਜਿਹੜਾ ਹੈ ਲੱਭ ਲਿਆ ਹੈ। ਆ ਦੇਖੋ ਆਹੀ ਤੁਹਾਡਾ ਹੈਗਾ ਵਾ ਸੇਮ। ਠੀਕ ਹੈ ਜੀ। ਨੇਚਰ ਲਿੰਕ ਬਾਰੇ ਇਹਦੇ ਵਿੱਚ ਪੁੱਛਿਆ ਹੋਇਆ ਵਾ, ਆ ਰਿਹਾ ਨੇਚਰ ਲਿੰਕ ਆ ਸੇਮ ਪ੍ਰਸ਼ਨ ਹੈ। ਠੀਕ ਹੈ ਜੀ। ਤਾਂ ਪਹਿਲਾ ਪ੍ਰਸ਼ਨ ਦੋਸਤੋ ਨੇਮ ਦਾ ਪੋਇਮ ਐਂਡ ਦਾ ਪੋਇਟ। ਤਾਂ ਇਹਦਾ ਪ੍ਰਸ਼ਨ ਦਾ ਆਨਸਰ ਆ ਜਾਏਗਾ ਆਪਣਾ ਲਾਈਨਸ ਰਿਟਨ ਇਨ ਅਰਲੀ ਸਪਰਿੰਗ। ਤੇ ਜਿਹੜੀ ਹੈਗੀ ਪੋਇਟ ਕੌਣ ਨੇ ਇਹਦੇ, ਵਿਲੀਅਮਸ ਵਰਡਸਵਰਥ ਹੈਗੇ ਆ। ਤਾਂ ਇਹ ਤੁਹਾਡਾ ਪ੍ਰਸ਼ਨ ਦਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈ, ਵਾਈ ਇਜ਼ ਦਾ ਪੋਇਟ ਗ੍ਰਿਵਡ। ਠੀਕ ਹੈ। ਕਵੀ ਦੁਖੀ ਕਿਉਂ ਹੈ। ਤਾਂ ਇਹ ਤੁਹਾਡਾ ਪ੍ਰਸ਼ਨ ਆ। ਤਾਂ ਇਹ ਦੇਖੋ ਇੱਥੇ ਤੀਸਰਾ ਪ੍ਰਸ਼ਨ ਆ ਇੱਥੇ ਆਪਣਾ। ਤਾਂ ਤੀਸਰੇ ਪ੍ਰਸ਼ਨ ਦਾ ਜਿਹੜਾ ਹੈਗਾ ਇੱਥੇ ਆਨਸਰ ਕੀ ਹੋ ਜਾਏਗਾ, ਦਾ ਪੋਇਟ ਇਜ਼ ਗ੍ਰਿਵਡ ਟੂ ਥਿੰਕ ਵਟ ਮੈਨ ਹੈਜ਼ ਮੇਡ ਆਫ ਮੈਨ। ਜਿਹੜਾ ਹੈਗਾ ਵਾ ਕੀ ਹੈ ਦੋਸਤੋ, ਕਵੀ ਇਹ ਸੋਚ ਕੇ ਦੁਖੀ ਹੁੰਦਾ ਹੈ ਕਿ ਮਨੁੱਖ ਨੇ ਮਨੁੱਖ ਨੂੰ ਕੀ ਬਣਾਇਆ ਹੈ। ਠੀਕ ਹੈ ਜੀ। ਤਾਂ ਇਹ ਪ੍ਰਸ਼ਨ ਦਾ ਆਨਸਰ ਹੋ ਗਿਆ। ਉਸ ਤੋਂ ਬਾਅਦ ਹੈ ਆਪਣਾ, ਵਟ ਆਰ ਦਾ ਫੇਅਰ ਵਰਕਸ ਆਫ ਨੇਚਰ ਰੈਫਰਡ ਦਾ ਸਟੈਂਜਾ। ਜਿਹੜਾ ਹੈਗਾ ਕੁਦਰਤ ਨੇ ਜਿਹੜਾ ਹੈਗਾ ਦੋਸਤੋ ਕੀ ਹੈ ਨਿਰਪੱਖ ਕੰਮਾਂ ਨੂੰ ਆਤਮਾਵਾਂ ਦਾ ਹਵਾਲਾ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ ਇਸ ਦਾ ਪ੍ਰਸ਼ਨ ਦਾ ਆਨਸਰ ਕੀ ਆ ਜਾਏਗਾ। ਆ ਦੇਖੋ ਪਹਿਲਾਂ ਮੈਥ ਚੈੱਕ ਕਰੋ, ਇਹਦੇ ਵਿੱਚ ਜਿਹੜਾ ਹੈਗਾ ਪ੍ਰਸ਼ਨ ਕੀ ਹੈ। ਹਾਂਜੀ ਆਹੀ ਹੈ ਨਾ ਦੋਸਤੋ, ਰੈਫਰਡ ਇਨ ਦਾ ਸਟੈਂਜਾ, ਵਟ ਆਰ ਦਾ ਫੇਅਰ ਵਰਕਸ ਆਫ ਦਾ ਨੇਚਰ ਰੈਫਰਡ ਇਨ ਦਾ ਸਟੈਂਜਾ। ਤਾਂ ਇਸ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਕੀ ਆ ਜਾਵੇਗਾ, ਜਿਹੜਾ ਹੈਗਾ ਵਾ ਆਹ ਤੁਹਾਡਾ ਪ੍ਰਸ਼ਨ ਆ। ਤੇ ਇਸ ਪ੍ਰਸ਼ਨ ਦੇ ਵਿੱਚ ਦੋਸਤੋ ਆਹੀ ਪੁੱਛਿਆ ਇਹਨਾਂ ਨੇ ਕਿ ਬਈ ਜਿਹੜਾ ਹੈਗਾ ਵਾ ਸਟੈਂਜਾ ਦੁਆਰਾ ਜਿਹੜਾ ਹੈਗਾ ਇਹ ਸਟੈਂਜਾ ਵਿੱਚ ਠੀਕ ਹੈ ਜੀ ਕਵੀ ਦੁਆਰਾ ਜਿਹੜਾ ਹੈਗਾ ਵਾ ਵਰਤੇ ਗਏ ਜਿਹੜੇ ਹੈਗੇ ਦੁਕਾਨਤ ਵਾਲੇ ਸ਼ਬਦਾਂ ਦਾ ਜੋੜਾ। ਠੀਕ ਹੈ ਜੀ। ਤਾਂ ਆਹੀ ਤੁਹਾਡੇ ਨੂੰ ਦੂਸਰਾ ਪ੍ਰਸ਼ਨ ਆ ਨਾ।
ਹਾਂਜੀ, ਤਾਂ ਦੇਖ ਲੈਣਾ ਇਸ ਪ੍ਰਸ਼ਨ ਦਾ ਆਨਸਰ। ਤਾਂ ਦੋਸਤੋ ਦੇਖੋ, ਇਹ ਵਾਲਾ ਪ੍ਰਸ਼ਨ ਸੀਗਾ ਆਪਣਾ, ਸ਼ਾਇਦ ਮੈਨੂੰ ਲੱਗਦਾ ਲਿਸਟ ਟੂ ਰਾਈਮਸ ਵਰਡ ਇਨ ਯੂਜ਼ਡ, ਆਪਾਂ ਇਹ ਕਰ ਰਹੇ ਸੀ, ਇਹੀ ਪ੍ਰਸ਼ਨ ਮੈਂ ਦੱਸ ਰਿਹਾ ਮੈਂ ਤੁਹਾਨੂੰ। ਠੀਕ ਹੈ ਜੀ, ਤਾਂ ਸੌਰੀ ਪਹਿਲਾਂ ਇਹ ਪ੍ਰਸ਼ਨ ਤਾਂ ਰਹਿ ਗਿਆ, ਆਪਾਂ ਇਹ ਪ੍ਰਸ਼ਨ ਕਰਨ ਲੱਗ ਗਏ ਕਿਉਂਕਿ ਮੈਂ ਇਹ ਵਾਲੇ ਪ੍ਰਸ਼ਨ ਦਾ ਆਨਸਰ ਤੁਹਾਨੂੰ ਦੱਸਣ ਲੱਗ ਗਿਆ ਸੀ। ਤਾਂ ਦੇਖੋ ਇਹ ਵਾਲਾ ਪ੍ਰਸ਼ਨ ਜਿਹੜਾ ਹੈਗਾ ਦੂਸਰੇ ਨੰਬਰ ਤੇ ਆ, ਤਾਂ ਦੂਸਰੇ ਨੰਬਰ ਤੇ ਜਿਹੜਾ ਹੈਗਾ ਵਾ ਇਸ ਦਾ ਆਨਸਰ ਹੈ ਦ ਪੋਇਟ ਦ ਫੇਅਰ ਵਰਕਸ ਮੀਨ ਦ ਵੇਰੀਅਸ ਬਿਊਟੀਫੁਲ ਆਬਜੈਕਟਸ ਇਨ ਦ ਵਰਲਡ ਆਫ ਨੇਚਰ। ਠੀਕ ਹੈ ਜੀ, ਯਾਨੀ ਕਿ ਫੇਅਰ ਵਰਕਸ ਦਾ ਅਰਥ ਹੈ ਕਿ ਕੁਦਰਤ ਦੇ ਸਾਰੇ ਸੰਸਾਰ ਵਿੱਚ ਵੱਖ-ਵੱਖ ਜਿਹੜੇ ਹੈਗੇ ਸੁੰਦਰ ਵਸਤੂਆਂ। ਠੀਕ ਹੈ ਜੀ, ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਆਪਣਾ ਤੀਸਰਾ ਪ੍ਰਸ਼ਨ ਸੀਗਾ, ਹੁਣ ਹੈਗਾ ਵਾ ਲਿਸਟ ਵਾਲਾ, ਲਿਸਟ ਟੂ ਥਿੰਗਸ ਆਫ ਫਰਾਈਂਗ ਵਰਡਸ ਇਨ ਦ ਸਟੈਂਜਾ, ਯਾਨੀ ਕਿ ਪੌੜੀ ਵਿੱਚ ਜਿਹੜਾ ਹੈ ਸਟੈਂਜਾ ਦੇ ਵਿੱਚ ਤੁਕਾਂਤ ਵਾਲੇ ਜਿਹੜੇ ਹੈਗੇ ਸ਼ਬਦਾਂ ਦੇ ਜੋੜਿਆਂ ਦੀ ਸੂਚੀ ਬਣਾਓ। ਤਾਂ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਵਾ ਕੀ ਹੋ ਜਾਏਗਾ। ਇੱਥੇ ਦੇਖੋ ਆ ਤੁਹਾਡਾ ਜਿਹੜਾ ਹੈਗਾ ਪ੍ਰਸ਼ਨ ਇੱਥੇ ਆ, ਕਿੰਨਵੇਂ ਨੰਬਰ ਤੇ ਹੈ, ਚੌਥੇ ਨੰਬਰ ਤੇ। ਠੀਕ ਹੈ ਜੀ, ਤਾਂ ਚੌਥੇ ਨੰਬਰ ਵਾਲਾ ਆਨਸਰ ਜਿਹੜਾ ਹੈਗਾ ਆ ਜਾਏਗਾ ਦ ਰਾਈਮਿੰਗ ਵਰਡਸ ਯੂਜ਼ਡ ਇਨ ਦ ਸਟੈਂਜਾ ਆਰ ਲਿੰਕ, ਥਿੰਕ, ਰੈਨ, ਮੈਨ। ਠੀਕ ਹੈ ਜੀ, ਤਾਂ ਇਸ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਕੀ ਆ ਜਾਏਗਾ। ਤਾਂ ਇਹਦਾ ਆਨਸਰ ਜਿਹੜਾ ਹੈਗਾ ਵਾ ਆਪਣਾ ਇੱਥੇ ਕਵੀ ਦਾ ਕਹਿਣ ਦਾ ਭਾਵ ਹੈ ਜਿਹੜੇ ਆਪਣੇ ਦੋਸਤੋ ਕੀ ਨੇ, ਇਹ ਪੌੜੀ ਵਿੱਚ ਵਰਤੇ ਗਏ ਤੁਕਾਂਤ ਵਾਲੇ ਸ਼ਬਦ ਜਿਵੇਂ ਕਿ ਤੁਹਾਡੇ ਲਿੰਕ, ਥਿੰਕ ਨੇ। ਠੀਕ ਹੈ ਜੀ, ਤੇ ਜਿਹੜਾ ਹੈਗਾ ਦੋਸਤੋ ਆਪਣਾ ਰੈਨ, ਮੈਨ ਹੈਗਾ ਵਾ। ਤਾਂ ਇਹ ਤੁਹਾਡਾ ਪ੍ਰਸ਼ਨ ਦਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਇਹ ਤੁਹਾਡਾ ਜਿਹੜਾ ਦੂਸਰਾ ਦਿੱਤਾ ਹੋਇਆ ਵਾ ਹੁਣ, ਸਮ ਸ਼ੋਪ ਆਫ ਬਿਊਟੀ ਮੂਵਸ ਅਵੇ ਦਾ ਪੋਲ। ਠੀਕ ਹੈ ਜੀ, ਤਾਂ ਤੁਸੀਂ ਇਸ ਨੂੰ ਰੀਡ ਆਊਟ ਕਰ ਲੈਣਾ ਵਾ। ਆਪਾਂ ਸਿਰਫ ਇਹਨਾਂ ਦੇ ਆਨਸਰ ਦੇਖਦੇ ਹਾਂ ਜਲਦੀ ਕਿਉਂਕਿ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਚੁੱਕੀ ਆ। ਤਾਂ ਦੇਖੋ ਇਸ ਵਿੱਚ ਪਹਿਲਾ ਪ੍ਰਸ਼ਨ ਜਿਹੜਾ ਹੈਗਾ ਵਾ ਕੀ ਪੁੱਛਿਆ ਹੈ ਆਪਣਾ, ਨੇਮ ਦਾ ਪੋਇਮ ਐਂਡ ਦਾ ਪੋਇਟ। ਠੀਕ ਹੈ ਜੀ, ਤਾਂ ਇਸ ਪ੍ਰਸ਼ਨ ਦੇ ਵਿੱਚ ਦੇਖੋ ਕੀ ਹੈ ਇੱਥੇ ਦਿੱਤਾ ਹੋਇਆ, ਨੇਮ ਦਾ ਪੋਇਮ ਐਂਡ ਦਾ ਪੋਇਟ। ਤਾਂ ਪੋਇਮ ਤੇ ਪੋਇਟ ਦਾ ਨੇਮ ਤਾਂ ਨਹੀਂ ਦਿੱਤਾ ਹੋਇਆ, ਬਟ ਮੈਂ ਤੁਹਾਨੂੰ ਦੱਸ ਦੇਣਾ ਇੱਥੇ ਜਿਹੜਾ ਹੈਗਾ ਦੋਸਤੋ ਆਪਣੇ ਕੀ ਆਨਸਰ ਆਵੇਗਾ ਇੱਥੇ। ਤਾਂ ਦੋਸਤੋ ਇਹ ਆਹ ਵਾਲੇ ਪ੍ਰਸ਼ਨ ਦਾ ਪਹਿਲਾ ਆਨਸਰ ਤੁਸੀਂ ਆਹ ਨੋਟ ਕਰੋ, ਪੋਇਮ ਹੈਗੀ ਆ ਦੋਸਤੋ ਆ ਥਿੰਗ ਆਫ ਬਿਊਟੀ ਇਜ਼ ਅ ਜੋਏ ਫੋਰ ਐਵਰ, ਤੇ ਇਸ ਦੇ ਪੋਇਟ ਜਿਹੜੇ ਹੈਗੇ ਆ ਜੌਨ ਕਿਟਸ ਹੈਗੇ ਆ। ਠੀਕ ਹੈ ਜੀ, ਜੌਨ ਕਿਟਸ ਦੇ ਇਸ ਦੇ ਜਿਹੜੇ ਹੈਗੇ ਆਪਣੇ ਪੋਇਟ ਹਨ। ਤਾਂ ਦੂਸਰਾ ਪ੍ਰਸ਼ਨ ਦੋਸਤੋ ਦੇਖੋ ਕੀ ਇਹਦੇ ਵਿੱਚ, ਵਟ ਮੂਵਸ ਅਵੇ ਦਾ ਪॉल ਫਰੋਮ ਆਵਰ ਡਾਰਕ ਸਪਿਰਿਟਸ, ਯਾਨੀ ਕਿ ਦੋਸਤੋ ਇਹਦੇ ਵਿੱਚ ਆਹੀ ਪੁੱਛਿਆ ਹੈ ਨਾ ਕਿ ਕਿਹੜੀ ਚੀਜ਼ ਸਾਡੇ ਤੋਂ ਜਿਹੜੀ ਹੈਗੀ ਆ ਪਹਿਲੋਂ ਜਿਹੜੀ ਹੈਗੀ ਦੋਸਤੋ ਦੂਰ ਕਰਦੀ ਹੈ। ਤਾਂ ਦੋਸਤੋ ਇਸ ਦਾ ਆਨਸਰ ਜਿਹੜਾ ਹੈਗਾ ਵਾ ਦੇਖ ਲੈਂਦੇ ਆਪਾਂ, ਆ ਰਿਹਾ ਆਹ ਤੁਹਾਡਾ ਪ੍ਰਸ਼ਨ ਹੋਣਾ ਇਹਦੇ ਵਿੱਚ ਜਿਹੜਾ ਹੈਗਾ ਵਾ ਆ ਰਿਹਾ, ਪਹਿਲਾ ਪ੍ਰਸ਼ਨ ਹੈ ਇਹਦੇ ਵਿੱਚ। ਤਾਂ ਇਸ ਦਾ ਆਨਸਰ ਆ ਜਾਏਗਾ ਸਮ ਸ਼ੇਪਸ ਆਫ ਬਿਊਟੀ ਰਿਮੂਵਸ ਦਾ ਪਾਲ ਫਰੋਮ ਆਵਰ ਡਾਰਕ ਸਪਿਰਿਟਸ। ਠੀਕ ਹੈ ਜੀ, ਯਾਨੀ ਕਿ ਦੋਸਤੋ ਜਿਹੜਾ ਹੈਗਾ ਵਾ ਸੁੰਦਰਤਾ ਜਿਹੜੀ ਆਪਣੀ ਹੁੰਦੀ ਹੈ, ਸੁੰਦਰਤਾ ਕੁਝ ਸ਼ਕਲ ਸਾਡੀਆਂ ਹਨੇਰੀਆਂ ਆਤਮਾ ਤੋਂ ਪਤਲੇ ਨੂੰ ਜਿਹੜੀ ਹੈਗੀਆਂ ਨੇ ਦੂਰ ਕਰਦੀਆਂ ਹਨ। ਠੀਕ ਹੈ ਜੀ, ਕਰਦੀ ਹੈ। ਤਾਂ ਇਹਦਾ ਆਨਸਰ ਜਿਹੜਾ ਹੈਗਾ ਦੋਸਤੋ ਇਹੀ ਆ ਜਾਏਗਾ ਕਿ ਕਿਹੜੀ ਚੀਜ਼ ਸਾਡੀ ਹਨੇਰੀਆਂ ਆਤਮਾਵਾਂ ਨੂੰ ਦੂਰ ਕਰਦੀ ਹੈ। ਠੀਕ ਹੈ ਜੀ, ਤਾਂ ਇਹਦਾ ਆਨਸਰ ਜਿਹੜਾ ਹੈਗਾ ਇਹ ਆ ਜਾਏਗਾ ਸਮ ਸ਼ੇਪਸ ਆਫ ਬਿਊਟੀ ਰਿਮੂਵਸ ਦਾ ਪਾਲ ਫਰੋਮ ਆਊਟ ਡਾਰਕ ਸਪਿਰਿਟਸ। ਉਸ ਤੋਂ ਬਾਅਦ ਦੋਸਤੋ ਆਪਣਾ ਤੀਸਰਾ ਪ੍ਰਸ਼ਨ ਦੇਖੋ ਇੱਥੇ ਕੀ ਹੈ, ਨੇਮ ਦਾ ਹਾਂਜੀ ਹੈਵਨਲੀ ਬੋਡੀਜ਼ ਮੈਂਸ਼ਨਡ ਇਨ ਦਿਸ ਸਟੈਂਜਾ, ਯਾਨੀ ਕਿ ਜਿਹੜਾ ਹੈਗਾ ਪੌੜੀ ਵਿੱਚ ਦੱਸੇ ਗਏ ਜਿਹੜੇ ਹੈਗੇ ਆ ਸਵਰਗੀ ਸਰੀਰਾਂ ਦੇ ਨਾਮ ਦੱਸੋ। ਤਾਂ ਦੋਸਤੋ ਇਸ ਪ੍ਰਸ਼ਨ ਦਾ ਆਨਸਰ ਆ ਜਾਏਗਾ, ਦੇਖ ਲਓ ਇੱਥੇ ਆ ਰਿਹਾ ਆਹੀ ਹੈ ਨਾ ਦੋਸਤੋ ਪ੍ਰਸ਼ਨ ਸੇਮ। ਤਾਂ ਇਹਦਾ ਆਨਸਰ ਆਏਗਾ ਦ ਸਨ ਐਂਡ ਦਾ ਮੂਨ। ਠੀਕ ਹੈ ਜੀ, ਤਾਂ ਤੁਹਾਡਾ ਇੱਥੇ ਜਿਹੜਾ ਹੈਗਾ ਵਾ ਸੂਰਜ ਅਤੇ ਚੰਦ ਇਸ ਦਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ ਕਿ ਬਈ ਲਿਸਟ ਟੂ ਰਾਈਮਿੰਗ ਵਰਡਸ ਇਨ ਦਾ ਸਟੈਂਜਾ, ਯਾਨੀ ਕਿ ਬਈ ਜਿਹੜਾ ਹੈਗਾ ਵਾ ਇਹਦੇ ਵਿੱਚ ਜਿਹੜੇ ਹੈਗੇ ਆ ਸ਼ਬਦ ਦੀ ਸੂਚੀ ਬਣਾਓ, ਪੌੜੀ ਵਿੱਚ ਦੋ ਤੁਕਾਂਤ ਵਾਲੇ ਜਿਹੜੇ ਹੈਗੇ ਸ਼ਬਦਾਂ ਦੀ ਸੂਚੀ ਬਣਾਓ। ਤਾਂ ਆ ਰਿਹਾ ਦੋਸਤੋ ਆਪਣਾ ਆਹੀ ਪ੍ਰਸ਼ਨ ਆ, ਤਾਂ ਇਹਦਾ ਆਨਸਰ ਆਏਗਾ ਮੂਨ ਬੂਨ। ਠੀਕ ਹੈ ਜੀ, ਤਾਂ ਮੂਨ ਬੂਨ ਯਾਨੀ ਕਿ ਚੰਦਰਮਾ ਤੇ ਵਰਦਾਨ। ਠੀਕ ਹੈ ਜੀ, ਤਾਂ ਇਹ ਦੋਸਤੋ ਜਿਹੜਾ ਹੈਗਾ ਤੁਹਾਡਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਦੇਖੋ, ਹਾਂਜੀ ਇਹ ਹੋ ਗਿਆ। ਹਾਂਜੀ ਹੁਣ ਹੈ ਆਪਣਾ ਅਗਲਾ ਪ੍ਰਸ਼ਨ ਕੀ ਹੈ, ਸੈਂਟਰਲ ਆਈਡੀਆ ਵਾ ਤੁਹਾਡੀ ਉਪਾ ਗੁਪਤਾ ਦੀ ਤੇ ਆਪਣੀ ਦ ਲਿਟਲ ਬਲੈਕ ਬॉय ਦੀ। ਤਾਂ ਸਭ ਤੋਂ ਪਹਿਲਾਂ ਉਪਾ ਗੁਪਤਾ ਦੀ ਸੈਂਟਰਲ ਆਈਡੀਆ ਦੇਖ ਲਓ ਦੋਸਤੋ, ਦਿਸ ਪੋਇਮ ਬ੍ਰਿੰਗਸ ਆਊਟ ਦਾ ਸਟਰੈਂਥ ਆਫ ਕਰੈਕਟਰ ਆਫ ਅ ਗ੍ਰੇਟ ਬੁੱਧਿਸਟ ਮੰਕ ਨੇਮਡ ਉਪਾ ਗੁਪਤਾ। ਠੀਕ ਹੈ ਜੀ, ਇਹ ਕਵਿਤਾ ਇੱਕ ਮਹਾਨ ਬੋਧੀ ਜਿਹੜੀ ਹੈਗੀ ਹੈ ਦੋਸਤੋ ਆਪਣੀ ਉਪਾ ਗੁਪਤਾ ਦੇ ਚਰਿੱਤਰ ਦੀ ਤਾਕਤ ਦੇ ਸਾਹਮਣੇ ਦੋਸਤੋ ਜਿਹੜੀ ਹੈਗੀ ਆ ਲਿਆਉਂਦੀ ਹੈ। ਤੇ ਦੋਸਤੋ ਕੀ ਹੈ, ਹੀ ਵਾਜ਼ ਅ ਟਰੂ ਐਸਥੈਟਿਕ, ਯਾਨੀ ਕਿ ਉਹ ਇੱਕ ਸੱਚਾ ਸੰਨਿਆਸੀ ਜਿਹੜਾ ਹੈਗਾ ਸੀ। ਉਹ ਦੋਸਤੋ ਕੀ ਹੈ, ਹੀ ਵਾਜ਼ ਫੋਰਗਿਵਿੰਗ ਬਾਈ ਨੇਚਰ, ਹੀ ਹੈਡ ਵੰਡਰਫੁਲ ਸੈਲਫ ਕੰਟਰੋਲ, ਹੀ ਵਾਜ਼ ਫੁੱਲ ਆਫ ਦਾ ਮਿਲਕ ਆਫ ਦਾ ਹਿਊਮਨ ਕਾਈਂਡਨੈਸ। ਠੀਕ ਹੈ ਜੀ, ਯਾਨੀ ਕਿ ਦੋਸਤੋ ਉਸ ਬਾਤ ਤੋਂ ਹੀ ਮਾਫ ਕਰਨ ਵਾਲਾ ਸੀ, ਉਸ ਕੋਲ ਜਿਹੜੀ ਕਿ ਅਦਭੁਤ ਕੰਟਰੋਲ ਸੀ, ਉਹ ਮਨੁੱਖੀ ਦਿਆਲਤਾ ਦੇ ਦੁੱਧ ਨਾਲ ਜਿਹੜਾ ਹੈਗਾ ਭਰਿਆ ਹੋਇਆ ਸੀ। ਹੀ ਫੈਲਟ ਨੋ ਹੈਸੀਟੇਸ਼ਨ ਇਨ ਨਰਸਿੰਗ ਅ ਵੂਮੈਨ ਹੂ ਵਾਜ਼ ਸਫਰਿੰਗ ਫਰੋਮ ਹੌਰੀਬਲ ਡਿਸੀਜ਼, ਦਿਸ ਪੋਇਮ ਇਜ਼ ਇਨ ਫੈਕਟ ਗ੍ਰੇਟ ਟ੍ਰਿਬਿਊਟ ਟੂ ਉਪਾ ਗੁਪਤਾ। ਠੀਕ ਹੈ ਜੀ, ਉਸਨੇ ਜਿਹੜਾ ਹੈਗਾ ਔਰਤ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕੀਤੀ ਜੋ ਇੱਕ ਭਿਆਨਕ ਬਿਮਾਰੀ ਤੋਂ ਪੀੜਤ ਸੀ। ਇਹ ਕਵਿਤਾ ਅਸਲ ਵਿੱਚ ਦੋਸਤੋ ਇੱਕ ਮਹਾਨ ਜਿਹੜਾ ਹੈਗਾ ਦੋਸਤੋ ਕੀ ਹੈ
ਕੀ ਹੈ ਦੋਸਤੋ ਮਹਾਨ ਜਿਹੜੇ ਹੈਗੇ ਦੋਸਤੋ ਕੀ ਆਪਣੇ ਅਤਿਰਿਕਤ ਉਪਗੁਪਤਾ ਹੈ। ਠੀਕ ਹੈ ਜੀ, ਟ੍ਰਿਬਿਊਟ ਟੂ ਜਿਹੜਾ ਹੈਗਾ ਦੋਸਤੋ ਮਹਾਨ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਦੇਖੋ ਅਗਲਾ ਕੀ ਹੈ ਤੁਹਾਡਾ ਲਿਟਲ ਬਲੈਕ ਬੋਏ ਵਾਲਾ ਸੀਗਾ ਸ਼ਾਇਦ, ਹਾਂਜੀ ਦਾ ਲਿਟਲ ਬਲੈਕ ਬੋਏ ਬਾਰੇ ਇਹ ਤੁਹਾਡਾ ਪ੍ਰਸ਼ਨ ਆ। ਤਾਂ ਦੋਸਤੋ ਇਹਦੇ ਵਿੱਚ ਸੈਂਟਰਲ ਆਈਡੀਆ ਦੇਖ ਲਓ, ਦ ਲਿਟਲ ਬੋਏ ਬਲੈਕ ਦਾ ਦਿਸ ਪੋਇਮ ਗਿਵ ਦਾ ਮੈਸੇਜ ਆਫ ਯੂਨੀਵਰਸਲ ਲਵ। ਠੀਕ ਹੈ ਜੀ, ਯੂਨੀਵਰਸਲ ਜਿਹੜਾ ਹੈਗਾ ਦੋਸਤੋ ਆਪਣਾ ਲਵ ਯਾਨੀ ਕਿ ਜਿਹੜਾ ਦੋਸਤੋ ਸਰਬ ਵਿਆਪੀ ਪਿਆਰ। ਠੀਕ ਹੈ ਜੀ, ਤਾਂ ਦਿਸ ਪੋਇਮ ਗਿਵ ਅਸ ਮੈਸੇਜ ਆਫ ਦਾ ਯੂਨੀਵਰਸਲ ਲਵ ਐਂਡ ਬ੍ਰਦਰਹੁੱਡ। ਜਿਹੜਾ ਹੈਗਾ ਦੋਸਤੋ ਕੀ ਹੈ, ਇਹ ਕਵਿਤਾ ਵਿਸ਼ਵ ਵਿਆਪੀ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। ਦਾ ਪੋਇਟ ਗਿਵਸ ਵੈਰੀ ਬਿਊਟੀਫੁਲ ਐਗਜ਼ਾਮਪਲ ਹੀ ਸੇ ਦੈਟ ਸਨ ਗਿਵਸ ਇਟਸ ਲਾਈਟ ਐਂਡ ਹੀਟ ਇਕੁਅਲੀ ਫॉर ਆਲ ਥਿੰਗਸ ਐਂਡ ਪਰਸਨ। ਜਿਹੜਾ ਹੈਗਾ ਕਵੀ ਬਹੁਤ ਹੀ ਸੋਹਣੀਆਂ ਉਦਾਹਰਨਾਂ ਦਿੰਦਾ ਹੈ। ਉਹ ਕਹਿੰਦਾ ਹੈ ਕਿ ਸੂਰਜ ਆਪਣੀ ਰੋਸ਼ਨੀ ਤੇ ਗਰਮੀ ਸਭ ਚੀਜ਼ਾਂ ਅਤੇ ਵਿਅਕਤੀਆਂ ਲਈ ਬਰਾਬਰ ਦਿੰਦਾ ਹੈ। ਸਿਮਿਲਰਲੀ ਗੋਡ ਗਿਵਸ ਵਾਰਮਥ ਆਫ ਹਿਜ਼ ਲਵ ਆਲ ਕ੍ਰੀਚਰਸ ਵਿਦਾਊਟ ਐਨੀ ਡਿਸਟਿੰਕਸ਼ਨ। ਮੈਨ ਸ਼ੁੱਡ ਆਲਸੋ ਲਰਨ ਟੂ ਬੀਅਰ ਬਿम्स ਆਫ ਲਵ ਇਨ ਹਿਜ਼ ਹਾਰਟ। ਠੀਕ ਹੈ ਜੀ, ਯਾਨੀ ਕਿ ਬਈ ਜਿਹੜਾ ਹੈਗਾ ਇਸੇ ਤਰ੍ਹਾਂ ਪਰਮਾਤਮਾ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਹੀ ਜੀਵਾਂ ਨੂੰ ਆਪਣੇ ਪਿਆਰ ਦਾ ਨਿੱਘ ਦਿੰਦਾ ਹੈ। ਮਰਦ ਉਸ ਦੇ ਦਿਲ ਵਿੱਚ ਪਿਆਰ ਦੀਆਂ ਕਿਰਨਾਂ ਨੂੰ ਜਿਹੜਾ ਹੈਗਾ ਸਹਿਣਾ ਵੀ ਸਿੱਖ ਲੈਂਦਾ ਹੈ। ਹੀ ਸ਼ੁੱਡ ਲਵ ਮੈਨ ਆਫ ਆਲ ਕਾਸਟਸ ਕਲਰਸ ਐਂਡ ਕ੍ਰਿਡਸ। ਯਾਨੀ ਕਿ ਜਿਹੜਾ ਹੈਗਾ ਉਸ ਨੂੰ ਸਾਰੀਆਂ ਹੀ ਜਾਤਾਂ ਰੰਗਾਂ ਅਤੇ ਧਰਮਾਂ ਦੇ ਮਰਦਾਂ ਨਾਲ ਜਿਹੜਾ ਹੈਗਾ ਪਿਆਰ ਕਰਨਾ ਚਾਹੀਦਾ ਹੈ। ਉਸ ਨੂੰ ਜਿਹੜਾ ਹੈਗਾ ਸਾਰੀਆਂ ਹੀ ਜਾਤਾਂ ਰੰਗਾਂ ਅਤੇ ਧਰਮਾਂ ਦੇ ਮਰਦਾਂ ਨਾਲ ਜਿਹੜਾ ਹੈਗਾ ਪਿਆਰ ਕਰਨਾ ਚਾਹੀਦਾ ਹੈ। ਇਹ ਤੁਹਾਡਾ ਪ੍ਰਸ਼ਨ ਦਾ ਆਨਸਰ ਹੋ ਗਿਆ। ਉਸ ਤੋਂ ਬਾਅਦ ਦੋਸਤੋ ਤੁਹਾਡਾ ਜਿਹੜਾ ਹੈਗਾ ਵਾ ਨੇਮ, ਹਾਂਜੀ ਪ੍ਰਸ਼ਨ ਹੈ ਹੁਣ ਆਪਣਾ ਜਿਹੜਾ ਹੈਗਾ ਵੈਨ ਡਿਡ ਸੁਧਾ ਫਸਟ ਜਿਹੜਾ ਹੈਗਾ ਵਾ CJRD ਟਾਟਾ। ਠੀਕ ਹੈ ਜੀ, ਤਾਂ ਸੁਧਾ ਨੇ ਜਿਹੜੀ ਹੈਗੀ ਪਹਿਲੀ ਵਾਰ ਸ਼੍ਰੀ JRD ਟਾਟਾ ਨੂੰ ਜਿਹੜਾ ਹੈਗਾ ਵਾ ਕਦੋਂ ਦੇਖਿਆ ਸੀ। ਤਾਂ ਇਸ ਦਾ ਜਿਹੜਾ ਹੈਗਾ ਆਨਸਰ ਇਹ ਆ ਜਾਏਗਾ, ਦੇਖ ਲਓ ਆ ਰਿਹਾ ਦੋਸਤੋ ਆਨਸਰ ਇਹਦਾ ਫੋਰ ਦਾ ਫਸਟ ਟਾਈਮ ਸੁਧਾ ਸੌ ਮਿਸਟਰ JRD ਟਾਟਾ ਇਨ ਜਿਹੜਾ ਹੈਗਾ ਵਾ ਦੋਸਤੋ ਮੂਲ ਗਾਉਕਰ ਆਫਿਸ। ਠੀਕ ਹੈ ਜੀ, ਤਾਂ ਉਸਨੇ ਦੋਸਤੋ ਜਿਹੜਾ ਹੈਗਾ ਵਾ ਪਹਿਲੀ ਵਾਰ ਸੁਧਾ ਨੇ JRD ਟਾਟਾ ਨੂੰ ਮਿਸਟਰ ਮੁਲਗਾਉਕ ਵਿੱਚ ਜਿਹੜਾ ਹੈਗਾ ਦੋਸਤੋ ਦੇਖਿਆ ਸੀ। ਠੀਕ ਹੈ ਜੀ, ਤਾਂ ਇਹਦਾ ਆਨਸਰ ਜਿਹੜਾ ਹੈਗਾ ਮੁਲਗਾਓਕਰਸ ਆਫਿਸ ਵੈਨ ਸ਼ੀ ਵੈਂਟ ਦੇਅਰ ਟੂ ਸ਼ੋ ਹਿਮ ਸਮ ਰਿਪੋਰਟ। ਠੀਕ ਹੈ ਜੀ, ਯਾਨੀ ਕਿ JRD ਟਾਟਾ ਨੂੰ ਜਿਹੜਾ ਹੈਗਾ ਮਿਸਟਰ ਮੁਲਗਾਓਕ ਵਿੱਚ ਦੇਖਿਆ ਸੀਗਾ। ਠੀਕ ਹੈ ਜੀ, ਉਹਨਾਂ ਦੇ ਆਫਿਸ ਵਿੱਚ। ਠੀਕ ਹੈ ਜੀ, ਤਾਂ ਉਹ ਜਿਹੜਾ ਹੈਗਾ ਉਹਨਾਂ ਕੁਝ ਰਿਪੋਰਟਾਂ ਦਿਖਾਉਣ ਲਈ ਉੱਥੇ ਗਈ ਸੀ। ਤਾਂ ਇਹਦੇ ਆਨਸਰ ਦੋਸਤੋ ਇਹ ਤੁਹਾਡਾ ਹੋ ਜਾਏਗਾ। ਉਸ ਤੋਂ ਬਾਅਦ ਦੂਸਰਾ ਆਪਣਾ ਪ੍ਰਸ਼ਨ ਹੈ ਇੱਥੇ, ਅਕੋਰਡਿੰਗ ਟੂ ਕਲਾਮ ਵਟ ਇਜ਼ ਅਵਰ ਐਟੀਟਿਊਡ ਟੂਵਰਡਸ ਵਰਨਿੰਗ ਸੋਸ਼ਲ ਇਸ਼ੂ। ਜਿਹੜਾ ਹੈਗਾ ਵਾ ਸਮਾਜਿਕ ਮੁੱਦਿਆਂ ਨੂੰ ਭਖਾਉਣ ਪ੍ਰਤੀ ਸਾਡਾ ਰਵੱਈਆ ਜਿਹੜਾ ਹੈਗਾ ਵਾ ਕੀ ਹੈ। ਠੀਕ ਹੈ ਜੀ, ਤਾਂ ਇਸ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਆ ਜਾਏਗਾ, ਆ ਰਿਹਾ ਆਪਣਾ ਅਕੋਰਡਿੰਗ ਟੂ ਕਿਹਦੇ ਜਿਹੜੇ ਹੈਗੇ ਦੋਸਤੋ ਆਪਣੇ ਕਿਹਦੇ ਅਕੋਰਡਿੰਗ ਸੀਗਾ ਇਹ, ਹਾਂਜੀ ਇਹ ਸੀਗਾ ਦੋਸਤੋ ਕਲਾਮ ਦੇ ਅਕੋਰਡਿੰਗ। ਠੀਕ ਹੈ ਜੀ, ਤਾਂ ਦੋਸਤੋ ਚਲੋ ਦੇਖ ਲੈਂਦੇ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ, ਵੀ ਸ਼ੋ ਅ ਗ੍ਰੇਟ ਕੰਸਰਨ ਅਬਾਊਟ ਬਰਨਿੰਗ ਸੋਸ਼ਲ ਇਸ਼ੂ ਵੀ ਮੇਕ ਅ ਸ਼ੋ ਆਫ ਲਾਊਡ ਪ੍ਰੋਟੈਸਟ ਇਨ ਪਬਲਿਕ। ਜਿਹੜਾ ਹੈਗਾ ਦੋਸਤੋ ਅਸੀਂ ਭਖਦੇ ਸਮਾਜਿਕ ਮੁੱਦਿਆਂ ਬਾਰੇ ਬਹੁਤ ਹੀ ਚਿੰਤਾ ਪ੍ਰਗਟ ਕਰਦੇ ਹਾਂ। ਅਸੀਂ ਜਨਤਕ ਤੌਰ ਤੇ ਦੋਸਤੋ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਦੇ ਹਾਂ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ, ਨੇਮ 5 ਰੈਸੀਪੈਂਟਸ ਆਫ ਦਾ ਪਰਮਵੀਰ ਚੱਕਰ ਮੈਂਸ਼ਨਡ ਇਨ ਦਾ ਚੈਪਟਰ। ਪਾਠ ਵਿੱਚ ਜ਼ਿਕਰ ਕੀਤੇ ਗਏ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ 5 ਦੇ ਨਾਮ ਦੱਸੋ। ਆਓ ਸ਼ਹੀਦਾਂ ਨੂੰ ਨਾ ਭੁੱਲੀਏ ਇਸ ਵਾਲੇ ਚੈਪਟਰ ਦੇ ਅਕੋਰਡਿੰਗ। ਤਾਂ ਦੋਸਤੋ ਚਲੋ ਦੇਖ ਲੈਂਦੇ ਇਸ ਪ੍ਰਸ਼ਨ ਦਾ ਜਿਹੜਾ ਹੈਗਾ ਤੁਹਾਡਾ ਆਵ ਆਨਸਰ। ਠੀਕ ਹੈ ਜੀ, ਤਾਂ ਦੇਖੋ ਕੀ ਇਹਦਾ 5 ਰੈਸੀਪੈਂਟਸ ਆਫ ਪਰਮਵੀਰ ਚੱਕਰ ਮੈਂਸ਼ਨਡ ਇਨ ਦਾ ਲੈਸਨ। ਮੇਜਰ ਸੋਮਨਾਥ ਸ਼ਰਮਾ ਹਾਂਜੀ ਜਿਹੜਾ ਦੋਸਤੋ ਆਪਣਾ ਲੈਫਟੀਨੈਂਟ। ਠੀਕ ਹੈ ਜੀ, ਤਾਂ ਲੈਫਟੀਨੈਂਟ ਕਲਨ ਜਿਹੜੇ ਆਪਣੇ ਦੋਸਤੋ ਦਿੱਤੇ ਆ ਕਰਨਲ ਇਸ ਨੂੰ ਕਹਾਂਗੇ ਆਪਾਂ। ਠੀਕ ਹੈ ਜੀ, ਧਨ ਸਿੰਘ ਥਾਪਾ। ਉਸ ਤੋਂ ਬਾਅਦ ਦੋਸਤੋ ਆਪਣਾ ਹਵਲਦਾਰ ਅਬਦੁਲ ਹਮੀਦ ਤੇ ਫਲਾਈਂਗ ਆਫਿਸਰ ਨਿਰਮਲਜੀਤ ਸਿੰਘ ਸੇਖੋਂ, ਕੈਪਟਨ ਵਿਕਰਮ ਬਾਟਰਾ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਉਸ ਤੋਂ ਬਾਅਦ ਆਪਣਾ ਪ੍ਰਸ਼ਨ, ਵਟ ਟਾਈਪ ਆਫ ਵਾਟਰ ਸਪਲਾਈ ਸੀਵੇਜ ਸਿਸਟਮ ਪ੍ਰੀਵੇਲਡ ਡਿਊਰਿੰਗ ਇੰਡਸ ਵੈਲੀ ਸਿਵਲਾਈਜੇਸ਼ਨ ਪੀਰੀਅਡ। ਜਿਹੜਾ ਹੈਗਾ ਦੋਸਤੋ ਆਪਣਾ ਕੀ ਹੈ, ਸਿੰਧ ਘਾਟੀ ਦੀ ਸਭਿਅਤਾ ਦੇ ਸਮੇਂ ਦੌਰਾਨ ਕਿਸ ਕਿਸਮ ਦੀ ਜਿਹੜੀ ਹੈ ਜਲ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਪ੍ਰਚਲਿਤ ਸੀ। ਤਾਂ ਇਸ ਪ੍ਰਸ਼ਨ ਦਾ ਜਿਹੜਾ ਆਨਸਰ ਆ ਜਾਏਗਾ, ਦਾ ਇੰਡਸ ਵੈਲੀ ਸਿਵਲਾਈਜੇਸ਼ਨ ਪੀਰੀਅਡ ਹੈਡ ਵਨ ਆਫ ਦਾ ਮੋਸਟ ਸੋਫਿਸਟਿਕੇਟਡ ਅਰਬਨ ਵਾਟਰ ਸਪਲਾਈ ਐਂਡ ਸੀਵੇਜ ਸਿਸਟਮ ਇਨ ਦਾ ਵਰਲਡ। ਜਿਹੜਾ ਹੈਗਾ ਦੋਸਤੋ ਸਿੰਧੂ ਘਾਟੀ ਦੀ ਸਭਿਅਤਾ ਦੇ ਸਮੇਂ ਵਿੱਚ ਵਿਸ਼ਵ ਵਿੱਚ ਸਭ ਤੋਂ ਵਧੀਆ ਸ਼ਹਿਰੀ ਜਲ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਇਹ ਵਿੱਚੋਂ ਇੱਕ ਸੀ। ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ, ਵਟ ਇਜ਼ ਡਿਸਿਪਲਿਨ। ਜਿਹੜਾ ਹੈਗਾ ਵਾ ਅਨੁਸ਼ਾਸਨ ਕੀ ਹੈ। ਤਾਂ ਇਹਦਾ ਆਨਸਰ ਆ ਜਾਏਗਾ, ਡਿਸਪਲਿਨ ਇਜ਼ ਰਿਸਟ੍ਰੇਂਟ ਔਨ ਲਿਬਰਟੀ। ਅਨੁਸ਼ਾਸਨ ਆਜ਼ਾਦੀ ਤੇ ਸੰਜਮ ਹੈ। ਠੀਕ ਹੈ, ਇਟ ਟ੍ਰੇਨਸ ਪੀਪਲ ਟੂ ਓਬੇ ਦਾ ਰੂਲਸ ਐਂਡ ਆਰਡਰ ਐਂਡ ਪਨਿਸ਼ ਦੈਮ ਇਫ ਦੇ ਡੋਂਟ ਜਿਹੜਾ ਹੈਗਾ ਵਾ ਡੋਂਟ ਡੂ। ਜਿਹੜਾ ਹੈਗਾ ਦੋਸਤੋ ਇਹ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਸਿਖਲਾਈ ਦਿੰਦਾ ਹੈ, ਅਤੇ ਜੇਕਰ ਉਹ ਅਜਿਹਾ ਜਿਹੜਾ ਹੈਗਾ ਵਾ
ਅਜਿਹਾ ਨਾ ਨਹੀਂ ਕਰਦੇ ਤਾਂ ਆਦੇਸ਼ ਉਹਨਾਂ ਨੂੰ ਜਿਹੜਾ ਹੈਗਾ ਦੋਸਤੋ ਕੀ ਹੈ ਸਜ਼ਾ ਦਿੰਦਾ ਹਨ। ਠੀਕ ਹੈ ਜੀ, ਸਜ਼ਾ ਜਿਹੜੇ ਹੈਗੇ ਦਿੰਦੇ ਹਨ। ਉਸ ਤੋਂ ਬਾਅਦ ਹੈ ਦੋਸਤੋ ਆਪਣਾ ਪ੍ਰਸ਼ਨ ਸਪਲੀਮੈਂਟਰੀ ਦੇ ਵਿੱਚੋਂ ਹੈ ਹੂ ਡਿਡ ਰਹੀਮ ਖਾਨ ਹੋਲਡ ਰਿਸਪੌਂਸਿਬਲ ਫॉर द ਫਰਸਟ੍ਰੇਸ਼ਨ ਆਫ ਹਿਜ਼ ਡ੍ਰੀਮ। ਠੀਕ ਹੈ ਜੀ, ਰਹੀਮ ਖਾਨ ਨੇ ਆਪਣੀਆਂ ਸੁਪਨਿਆਂ ਦੀ ਨਿਰਾਸ਼ਾ ਲਈ ਕਿਸ ਨੂੰ ਜਿਹੜਾ ਹੈਗਾ ਜ਼ਿੰਮੇਵਾਰ ਠਹਿਰਾਇਆ, ਉਸਨੇ ਆਪਣਾ ਬਦਲਾ ਕਿਵੇਂ ਜਿਹੜਾ ਹੈਗਾ ਵਾ ਲਿਆ। ਠੀਕ ਹੈ ਜੀ, ਆ ਤੁਹਾਡਾ ਹੈਗਾ ਵਾ ਰਿਸਪੌਂਸਿਬਲ ਨਹੀਂ, ਬਦਲਾ ਕਿਵੇਂ ਲਿਆ ਇਹ ਨਹੀਂ ਪੁੱਛਿਆ ਹੋਇਆ ਵਾ ਇਹਦੇ ਵਿੱਚ, ਬਟ ਦੋਸਤੋ ਇੱਥੇ ਜਿਹੜਾ ਹੈਗਾ ਇਹਨਾਂ ਨੇ ਲਿਖਿਆ ਹੋਇਆ ਵਾ ਹਾਊ ਡਿਡ ਅਵੈਂਜ ਹਿਮਸੈਲਫ। ਤਾਂ ਆ ਇਹਦੇ ਵਿੱਚ ਦੋਸਤੋ ਇਸ ਨੂੰ ਕੱਢ ਦਿਓ ਤੁਸੀਂ, ਕਿਉਂਕਿ ਇਹਦੇ ਵਿੱਚ ਲਿਖਿਆ ਹੋਇਆ ਸੀਗਾ। ਤਾਂ ਦੋਸਤੋ ਦੇਖੋ ਕੀ ਇਸ ਦਾ ਆਨਸਰ, ਰਹੀਮ ਖਾਨ ਹੈਲਡ ਸੋਸਾਇਟੀ ਐਂਡ ਹਿਜ਼ ਪੇਰੈਂਟਸ ਰਿਸਪੌਂਸਿਬਲ ਫॉर ਹਿਜ਼ ਫਰਸਟ੍ਰੇਸ਼ਨ ਆਫ ਹਿਜ਼ ਡ੍ਰੀਮ। ਠੀਕ ਹੈ, ਯਾਨੀ ਕਿ ਬਈ ਜਿਹੜਾ ਰਹੀਮ ਖਾਨ ਨੇ ਆਪਣੇ ਸੁਪਨਿਆਂ ਦੀ ਨਿਰਾਸ਼ਾ ਲਈ ਸਮਾਜ ਅਤੇ ਆਪਣੇ ਮਾਤਾ ਪਿਤਾ ਨੂੰ ਜ਼ਿੰਮੇਵਾਰ ਠਹਿਰਾਇਆ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਦੋਸਤੋ ਕੀ ਆਪਣਾ ਹੀ avenged himself by being cruel to his wife, he thought her as the symbol of all her fear। ਠੀਕ ਹੈ ਜੀ, ਤਾਂ ਇਹਦਾ ਆਨਸਰ ਦੋਸਤੋ ਆ ਇੱਥੇ ਦਿੱਤਾ ਹੋਇਆ, ਅਗਰ ਤੁਸੀਂ ਇਸ ਨੂੰ ਕਰਨਾ ਤਾਂ ਕਰ ਲਓ, ਨਹੀਂ ਤਾਂ ਛੱਡ ਦਿਓ। ਬਾਕੀ ਦੋਸਤੋ ਦੇਖ ਲੈਂਦੇ ਹਾਂ ਕਿ ਕੀ ਲਿਖਿਆ ਹੋਇਆ ਵਾ। ਉਸਨੇ ਆਪਣੀ ਪਤਨੀ ਨਾਲ ਜਿਹੜਾ ਹੈਗਾ ਬੇਰਹਿਮ ਹੋ ਕੇ ਆਪਣਾ ਬਦਲਾ ਲਿਆ। ਉਸਨੇ ਉਸ ਨੂੰ ਜਿਹੜਾ ਹੈਗਾ ਸਮਝਿਆ ਕਿ ਉਸ ਦੀਆਂ ਸਾਰੀਆਂ ਹੀ ਸਫਲਤਾ ਦਾ ਉਹ ਪ੍ਰਤੀਕ ਹੈ ਉਸਦੀ ਵਾਈਫ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਇੱਥੇ, ਵਟ ਵਾਸ ਬਲਦੇਵ ਐਸ਼ ਲਾਈਕ। ਬਲਦੇਵ ਦੀ ਜਿਹੜੀ ਕੁਹਾੜੀ ਕਿਹੋ ਜਿਹੀ ਸੀ, ਤਾਂ ਇਸ ਦਾ ਆਨਸਰ ਆ ਜਾਏਗਾ ਬਲਦੇਵ ਐਸ਼ ਲੁਕਡ ਵੈਰੀ ਫ੍ਰੈਗਿਲ ਬਟ ਇਟ ਵਾਸ ਕਿਊਟ ਡੈਡਲੀ ਵੈਨ ਹੀ ਯੂਜ਼ਡ। ਬਲਦੇਵ ਦੀ ਕੁਹਾੜੀ ਬਹੁਤ ਹੀ ਨਾਜ਼ੁਕ ਲੱਗਦੀ ਸੀ, ਪਰ ਵਰਤੋਂ ਕਰਨ ਵੇਲੇ ਉਹ ਕਾਫੀ ਘਾਤਕ ਸੀ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਵਾਈ ਡਿਡ ਜਿਹੜਾ ਹੈਗਾ ਦੋਸਤੋ ਆਪਣਾ ਹਿਊਗੀ ਥਿੰਕ ਦੈਟ ਟਰੈਵਰ ਮਾਡਲ ਵਾਜ਼ ਐਨ ਅਮੇਜ਼ਿੰਗ ਵਨ। ਹਿਊਗੀ ਨੇ ਕਿਉਂ ਸੋਚਿਆ ਕਿ ਟਰੈਵਰ ਦਾ ਮਾਡਲ ਇੱਕ ਸ਼ਾਨਦਾਰ ਸੀ। ਤਾਂ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਆ ਜਾਏਗਾ ਆ ਰਿਹਾ ਟਰੈਵਰ ਮਾਡਲ ਹੈਡ ਰਿੰਕਲਡ ਫੇਸ, ਹਿਸ ਕਲੋਥਸ ਵੇਅਰ ਐਨ ਰੈਗਸ, ਹੀ ਲੁਕਡ ਐਵਰੀ ਇੰਚ ਇੰਚ ਬੈਗਰ। ਠੀਕ ਹੈ ਜੀ, ਯਾਨੀ ਕਿ ਬਈ ਟਰੈਵਰ ਦੇ ਮਾਡਲ ਦਾ ਚਿਹਰਾ ਜਿਹੜਾ ਹੈਗਾ ਦੋਸਤੋ ਕੀ ਆਪਣਾ ਝੂੜੀਆਂ ਵਾਲਾ ਸੀ। ਉਸ ਨੇ ਜਿਹੜਾ ਹੈਗਾ ਉਸਦੇ ਕੱਪੜੇ ਦੇ ਦੋਸਤੋ ਕਿਹਨੇ ਚਿੱਥੜੀਆਂ ਵਿੱਚ ਸਨ। ਉਹ ਹਰ ਇੱਕ ਭਿਖਾਰੀ ਜਾਪਦਾ ਸੀ, ਹਰ ਇੰਚ ਭਿਖਾਰੀ ਜਿਹੜਾ ਹੈਗਾ ਜਾਪਦਾ ਸੀ। ਹੀ ਵਾਜ਼ ਦਾ ਵੈਰੀ ਪਿਕਚਰ ਆਫ ਮਿਸਰੀ, ਜਿਹੜਾ ਹੈਗਾ ਉਹ ਦੁੱਖ ਦੀ ਤਸਵੀਰ ਸੀ। ਠੀਕ ਹੈ, ਦੈਟ ਵਾਜ਼ ਬਾਈ ਜਿਹੜਾ ਹੈਗਾ ਆਪਣਾ ਹਿਊਗੀ ਥਾਊਟ ਹਿਮ ਐਨ ਅਮੇਜ਼ਿੰਗ ਮਾਡਲ। ਇਸ ਲਈ ਹਿਊਗੀ ਨੇ ਉਸ ਨੂੰ ਇੱਕ ਸ਼ਾਨਦਾਰ ਮਾਡਲ ਸਮਝਿਆ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਦੇਖੋ ਕੀ ਇੱਥੇ, ਹਾਂਜੀ, ਹਾਊ ਡਿਡ ਜੁਮਨ ਅੰਟ ਪ੍ਰੈਜ਼ੈਂਟ ਔਰ ਹਰ ਕੇਸ। ਠੀਕ ਹੈ ਜੀ, ਯਾਨੀ ਕਿ ਜੁਮਨ ਦੀ ਜਿਹੜੀ ਹੈਗੀ ਆ ਆਂਟੀ ਨੇ ਆਪਣਾ ਕੇਸ ਕਿਵੇਂ ਜਿਹੜਾ ਹੈਗਾ ਵਾ ਪੇਸ਼ ਕੀਤਾ। ਤਾਂ ਦੋਸਤੋ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਆ ਜਾਏਗਾ ਆ ਰਿਹਾ ਸ਼ੀ ਟੋਲਡ ਦਾ ਪੰਚਾਇਤ ਦੈਟ ਸ਼ੀ ਹੈਡ ਟ੍ਰਾਂਸਫਰਡ ਹਰ ਪ੍ਰੋਪਰਟੀ ਟੂ ਦਾ ਨੇਮ ਆਫ ਦਾ ਜੁਮਨ। ਠੀਕ ਹੈ ਜੀ, ਤਾਂ ਉਸਨੇ ਪੰਚਾਇਤ ਨੂੰ ਦੱਸਿਆ ਕਿ ਉਸਨੇ ਆਪਣੀ ਜਾਇਦਾਦ ਜੁਮਨ ਦੇ ਨਾਂ ਤਬਦੀਲ ਕਰ ਦਿੱਤੀ ਹੈ। ਐਂਡ ਦਾ ਰਿਟਰਨ ਜੁਮਨ ਹੈਡ ਐਗਰੀਡ ਫੀਡ ਐਂਡ ਕਲੋਥ। ਜਿਹੜਾ ਹੈਗਾ ਵਾ ਜੁਮਨ ਬਦਲੇ ਵਿੱਚ ਜਿਹੜਾ ਹੈਗਾ ਜੁਮਨ ਨੇ ਉਸ ਨੂੰ ਖਵਾਉਣ ਅਤੇ ਕੱਪੜੇ ਪਾਉਣ ਲਈ ਜਿਹੜਾ ਹੈਗਾ ਤਿਆਰ ਹੋ ਗਿਆ, ਮਤਲਬ ਖਾਣਾ ਪੀਣਾ ਰਹਿਣਾ ਸਹਿਣਾ ਉਹਦੇ ਲਈ ਮਤਲਬ ਉਹ ਐਗਰੀ ਹੋ ਗਿਆ ਸੀਗਾ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਕੀ ਹੈ ਬਟ ਜੁਮਨ ਹੈਡ ਨਾਟ ਕੈਪਟ ਇਨ ਹਿਜ਼ ਵਰਡ। ਜਿਹੜਾ ਹੈਗਾ ਵਾ ਪਰ ਜੁਮਨ ਨੇ ਆਪਣੀ ਗੱਲ ਨੂੰ ਜਿਹੜਾ ਹੈਗਾ ਬਰਕਰਾਰ ਨਹੀਂ ਰੱਖਿਆ। ਸੋ ਕੀ ਹੈ ਦੋਸਤੋ ਸ਼ੀ ਵਾਜ਼ ਇਲ ਟ੍ਰੀਟਡ, ਜਿਹੜਾ ਹੈਗਾ ਵਾ ਉਸ ਦੇ ਘਰ ਵਿੱਚ ਉਸ ਨਾਲ ਜਿਹੜਾ ਹੈਗਾ ਬੁਰਾ ਸਲੂਕ ਕੀਤਾ ਗਿਆ। ਠੀਕ ਹੈ ਜੀ, ਐਟ ਹਿਜ਼ ਹਾਊਸ ਸ਼ੀ ਰਿਕੁਐਸਟਡ ਦਾ ਪੰਚਾਇਤ ਟੂ ਡਿਸਾਈਡ ਦਾ ਮੈਟਰ। ਠੀਕ ਹੈ ਜੀ, ਉਸਨੇ ਪੰਚਾਇਤ ਨੂੰ ਇਸ ਮਾਮਲੇ ਦਾ ਫੈਸਲਾ ਕਰਨ ਦੀ ਬੇਨਤੀ ਕੀਤੀ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਤੁਹਾਡਾ ਹੁਣ ਦੇਖੋ ਕੀ ਹੈ ਗਿਵ ਅ ਬਰੀਫ ਪੈਨ ਪੋਰਟਰੇਟ ਆਫ ਦਾ ਗ੍ਰੈਂਡ ਮਦਰ। ਜਿਹੜਾ ਹੈਗਾ ਦੋਸਤੋ ਦਾਦੀ ਦਾ ਸੰਖੇਪ ਵਿੱਚ ਜਿਹੜਾ ਹੈਗਾ ਉਹਦੇ ਬਾਰੇ ਦੱਸੋ। ਤਾਂ ਦੋਸਤੋ ਇਸ ਪ੍ਰਸ਼ਨ ਨੂੰ ਤੁਸੀਂ ਖੁਦ ਹੀ ਰੀਡ ਕਰ ਲੈਣਾ ਵਾ, ਟਾਈਮ ਦੀ ਸ਼ਾਰਟੇਜ ਕਰਕੇ ਇਸ ਨੂੰ ਮੈਂ ਐਕਸਪਲੇਨ ਕਰਨ ਦੇ ਵਿੱਚ ਜਿਹੜਾ ਹੈਗਾ ਜਿਹੜਾ ਅਨਅਵੇਲੇਬਲ ਆ। ਠੀਕ ਹੈ, ਤੁਸੀਂ ਇਸ ਪ੍ਰਸ਼ਨ ਦਾ ਆਨਸਰ ਦੇਖ ਲਵੋ। ਉਸ ਤੋਂ ਬਾਅਦ ਦੋਸਤੋ ਐਕਸਪਲੇਨ ਦਾ ਸਿਗਨੀਫਿਕੈਂਸ ਆਫ ਦਾ ਟਾਈਟਲ ਆਫ ਦਾ ਲੈਸਨ ਦਾ ਅਰਥ ਇਜ਼ ਨਾਟ ਅਵਰਸ। ਠੀਕ ਹੈ ਜੀ, ਯਾਨੀ ਕਿ ਪਾਠ ਸਿਰਲੇਖ ਦੀ ਮਹੱਤਤਾ ਨੂੰ ਸਮਝਾਓ। ਇਹ ਜਿਹੜਾ ਹੈਗਾ ਤੁਹਾਡਾ ਦਿੱਤਾ ਹੋਇਆ ਵਾ ਆਹ ਵਾਲੇ ਚੈਪਟਰ ਦਾ ਅਰਥ ਇਜ਼ ਨਾਟ ਜਿਹੜਾ ਹੈਗਾ ਵਾ ਇਹ ਹੈ ਤੁਹਾਡਾ ਦਾ ਅਰਥ ਇਜ਼ ਨਾਟ ਅਵਰਸ। ਤਾਂ ਦੋਸਤੋ ਇਸ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਆ ਜਾਏਗਾ ਆ ਰਿਹਾ। ਠੀਕ ਹੈ, ਤੁਸੀਂ ਇਸ ਪ੍ਰਸ਼ਨ ਨੂੰ ਵੀ ਰੀਡ ਆਊਟ ਕਰ ਲਓ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ, ਰਾਈਟ ਅ ਬਰੀਫ ਕਰੈਕਟਰ ਸਕੈਚ ਆਫ ਐਸਟਰੋਲੋਜਰ। ਠੀਕ ਹੈ ਜੀ, ਤਾਂ ਸੰਖੇਪ ਵਿੱਚ ਜਿਹੜਾ ਹੈਗਾ ਜੋਤਸ਼ੀ ਦਾ ਇੱਕ ਜਿਹੜਾ ਹੈਗਾ ਕਰੈਕਟਰ ਸਕੈਚ ਕਰੋ। ਤਾਂ ਇਸ ਪ੍ਰਸ਼ਨ ਦਾ ਆਨਸਰ ਦੋਸਤੋ ਤੁਸੀਂ ਨੋਟ ਆਊਟ ਕਰ ਸਕਦੇ ਹੋ। ਆ ਤੁਹਾਡਾ ਹੋ ਜਾਏਗਾ ਫਸਟ ਪਾਰਟ। ਉਸ ਤੋਂ ਬਾਅਦ ਦੋਸਤੋ ਇਹਦੇ ਨਾਲ ਹੀ ਤੁਸੀਂ ਆਹ ਵਾਲਾ ਲਿਖਣਾ ਵਾ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਹੈ, ਵਟ ਇਜ਼ ਮੈਸੇਜ ਕੰਟੇਨਡ ਇਨ ਦਾ ਸਟੋਰੀ ਦਾ ਪੀਜ਼ੈਂਟ ਬ੍ਰੈਡ। ਠੀਕ ਹੈ ਜੀ, ਯਾਨੀ ਕਿ ਭਾਈ ਕਹਾਣੀ ਕਿਸਾਨ ਦੀ ਰੋਟੀ ਵਿੱਚ ਕੀ ਸੰਦੇਸ਼ ਹੈ ਸਮਝਾਓ। ਤਾਂ ਦੋਸਤੋ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਆ ਜਾਏਗਾ ਆ ਵਾਲਾ। ਠੀਕ ਹੈ ਜੀ, ਵਟ ਇਜ਼ ਮੈਸੇਜ ਆ ਰਿਹਾ ਸੇਮ, ਤਾਂ ਇਹ ਤੁਸੀਂ ਆਨਸਰ ਰੀਡ ਆਊਟ ਕਰ ਲੈਣਾ ਵਾ। ਤਾਂ ਇੱਥੇ ਦੋਸਤੋ ਆਹ ਵਾਲਾ ਪੇਪਰ ਪੂਰਾ ਕੰਪਲੀਟ ਹੋ ਗਿਆ। ਗੁੱਡ ਹੈਂਡ ਰਾਈਟਿੰਗ ਦੇ ਤੁਹਾਨੂੰ 5 ਮਾਰਕਸ ਮਿਲ ਜਾਣਗੇ। ਆਹ ਪੇਪਰ ਪੂਰਾ ਕੰਪਲੀਟ ਹੋ ਗਿਆ ਦੋਸਤੋ। ਇਸ ਤੋਂ ਬਾਅਦ ਹੁਣ ਕੁਝ ਵੀ ਨਹੀਂ ਬਚਿਆ। ਬਾਕੀ ਇੱਕ ਹੋਰ ਪੇਪਰ ਆ ਉਹ ਜਿਹੜਾ ਵਾਇਰਲ ਹੋ ਰਿਹਾ ਵਾ ਕਾਫੀ, ਉਹ ਇਹ ਵਾਲਾ ਪੇਪਰ ਆ ਦੋਸਤੋ, ਕੇਰਲਾ ਇਜ਼ ਦਾ ਫਸਟ ਇੰਡੀਅਨ ਸਟੇਟ। ਤਾਂ ਆ ਵੀ ਪੇਪਰ ਜਿਹੜਾ ਹੈਗਾ ਦੋਸਤੋ ਕਲਾਸ 11th ਜਰਨਲ ਇੰਗਲਿਸ਼ ਦਾ ਹੈਗਾ ਵਾ, ਕਾਫੀ ਜ਼ਿਆਦਾ ਦੋਸਤੋ ਆ ਵੀ ਵਾਇਰਲ ਹੋ ਰਿਹਾ ਵਾ। ਬਾਕੀ ਤੁਸੀਂ ਆਹ ਵਾਲੇ ਪੇਪਰ ਦੀ ਖੁਦ ਹੀ ਤਿਆਰੀ ਕਰ ਲਓ।
ਠੀਕ ਹੈ ਜੀ। ਤਾਂ ਇਹ ਪੇਪਰ ਦੀ ਤੁਸੀਂ ਦੋਸਤੋ ਖੁਦ ਤਿਆਰੀ ਕਰ ਲੈਣੀ ਹੈ। ਇਹਨਾਂ ਦੇ ਆਨਸਰ ਜਿਹੜੇ ਹੈਗੇ ਲੱਭ ਕੇ ਤੁਸੀਂ ਇਹਨਾਂ ਨੂੰ ਖੁਦ ਤਿਆਰ ਕਰ ਲਓ। ਆ ਵੀ ਜਿਹੜਾ ਹੈਗਾ ਦੋਸਤੋ ਕਾਫੀ ਜ਼ਿਆਦਾ ਜਿਹੜਾ ਹੈਗਾ ਵਾਇਰਲ ਹੋ ਰਿਹਾ ਸੀਗਾ ਪ੍ਰਸ਼ਨ ਪੱਤਰ, ਠੀਕ ਹੈ ਜੀ। ਤੇ ਇੱਕ ਜਿਹੜਾ ਮੈਂ ਤੁਹਾਨੂੰ ਕਰਾਇਆ, 2 ਹੀ 3 ਜਿਹੜੇ ਹੈਗੇ ਜਿਹੜੇ ਹੈਗੇ ਵਾਇਰਲ ਹੋ ਰਹੇ ਸੀਗੇ। ਇੱਕ ਤਾਂ ਅਸੀਂ ਤੁਹਾਨੂੰ ਫੁੱਲ ਸੋਲਵ ਕਰਾ ਦਿੱਤਾ, ਬਾਕੀ ਆਹ ਵਾਲਾ ਜਿਹੜਾ ਪ੍ਰਸ਼ਨ ਪੱਤਰ ਆ ਤੁਸੀਂ ਇਸ ਨੂੰ ਸੋਲਵ ਕਰਕੇ ਤਿਆਰੀ ਕਰ ਲੈਣੀ ਆ। ਓਕੇ ਦੋਸਤੋ, ਚਲੋ ਠੀਕ ਹੈ ਜੀ, ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ।